ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਪ੍ਰਾਈਮ ਚਰਚਾ। ਮੈਂ ਜੋਗਰਾਜ ਸਿੰਘ ਕਾਲੋਂ ਜੀ। ਅੱਜ ਦਾ ਪ੍ਰੋਗਰਾਮ ਪ੍ਰਾਈਮ ਚਰਚਾ ਅਸੀਂ ਬੀਤੇ ਦਿਨੀ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੇ ਪ੍ਰੋਗਰਾਮਾਂ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ ਸੀ। ਅੱਜ ਉਸੇ ਤਹਿਤ ਤੀਸਰੇ ਭਾਗ ਦਾ ਅੱਜ ਅਸੀਂ ਪ੍ਰੋਗਰਾਮ ਸ਼ੁਰੂ ਕਰਾਂਗੇ। ਸੋ ਇਸ ਤੋਂ ਪਿਛਲੇ ਭਾਗ ਜਾਣਨ ਵਾਸਤੇ ਪਿੱਛੇ ਗੱਲ ਕਿੱਥੇ ਮੁੱਕੀ ਸੀ, ਸਾਨੂੰ ਸਾਡੇ ਪਿਛਲੇ ਪ੍ਰੋਗਰਾਮ ਜਿਹੜੇ ਉਹ ਫੇਸਬੁੱਕ ਤੇ ਅਵੇਲੇਬਲ ਹੋਣਗੇ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਅਸੀਂ ਪ੍ਰਾਈਮ ਏਸ਼ੀਆ ਟੀਵੀ ਦੀ ਫੇਸਬੁੱਕ ਪੇਜ ਤੇ ਉੱਤੇ ਉਹਨੂੰ ਸਾਂਝੇ ਕੀਤੇ ਨੇ ਲਿੰਕ ਵਿੱਚ ਪਿਛਲੇ ਭਾਗ ਵੀ ਅਸੀਂ ਪਾਏ ਹੁੰਦੇ ਆ। ਜੇ ਪਾਰਟ 3 ਸ਼ੇਅਰ ਕਰ ਰਹੇ ਹਾਂ ਤੇ ਪਾਰਟ 2 ਉਹਦੇ ਲਿੰਕ ਵਿੱਚ ਪਿਆ ਹੋਊਗਾ, ਤੁਸੀਂ ਉੱਥੋਂ ਜਾ ਕੇ ਦੇਖ ਸਕਦੇ ਹੋ ਤਾਂ ਕਿ ਤੁਹਾਨੂੰ ਪਿਛਲੀ ਗੱਲਬਾਤ ਦਾ ਪਤਾ ਸਾਰਾ ਲੱਗ ਸਕੇ। ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿੱਥੇ ਗੱਲ ਛੱਡੀ ਸੀ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਜੀਵਨ ਬਾਰੇ ਗੱਲਬਾਤ ਕਰ ਰਹੇ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ 10ਵੇਂ ਪਾਤਸ਼ਾਹ ਨੇ ਤੋਰੇ ਤੇ ਫਿਰ ਉਸ ਤੋਂ ਅੱਗੇ ਦੀ ਕਹਾਣੀ ਤੇ ਹੁਣ ਗੱਲ ਤੁਰਦੀ ਸੀ। ਹੁਣ ਇੱਕ ਸੂਈਆ ਜਿਹੜਾ ਵਜ਼ੀਰ ਖਾਨ ਨੇ ਭੇਜਿਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ, ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਫੜ ਲਿਆ ਤੇ ਫਿਰ ਉਹਨਾਂ ਨੇ ਇੱਕ ਚਿੱਠੀ ਦੇ ਕੇ ਵਾਪਸ ਉਹਨੂੰ ਵਜ਼ੀਰ ਖਾਨ ਕੋਲ ਭੇਜਿਆ ਕਿ ਜਿਹੜਾ ਤੇਰਾ ਪਿੰਡ ਆ ਕੁੰਜਪੁਰਾ, ਹੁਣ ਅਸੀਂ ਉਹ ਲੁੱਟਣਾ। ਤੇ ਹੁਣ ਇੱਕ ਚਿੱਠੀ ਦਿੱਤੀ ਜਿਹੜੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸੂਈਏ ਨੂੰ ਕਿ ਜਾ ਕੇ ਵਜ਼ੀਰ ਖਾਨ ਨੂੰ ਦੇਈਂ। ਉਸ ਚਿੱਠੀ ਵਿੱਚ ਕੀ ਸੀ ਜਾਣਦੇ ਹਾਂ ਅੱਜ ਮਨਮੋਹਨ ਸਿੰਘ ਸਮਰਾ ਜੀ ਹੁਣਾਂ ਕੋਲ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਮਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਰਾ ਸਾਹਿਬ, ਆਪਾਂ ਗੱਲ ਉੱਥੋਂ ਹੀ ਸ਼ੁਰੂ ਕਰਨੀ ਜਿੱਥੋਂ ਅਸੀਂ ਦੂਜੇ ਪਾਰਟ ਦੇ ਵਿੱਚ ਗੱਲ ਛੱਡੀ ਸੀ। ਜੀ ਜੀ। ਹੁਣ ਚਿੱਠੀ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਈਏ ਨੂੰ ਭੇਜਿਆ ਵਜ਼ੀਰ ਖਾਨ ਦੇ ਕੋਲ। ਉਸ ਚਿੱਠੀ ਵਿੱਚ ਕੀ ਸੀ ਆਪਾਂ ਇਹ ਵੀ ਜਾਣਨਾ, ਪਰ ਮੈਂ ਨਾ ਉਸ ਤੋਂ ਪਹਿਲਾਂ ਚਾਹੁੰਦਾ ਸੀ ਥੋੜਾ ਜਿਹਾ ਰੀਕੈਪ ਵੀ ਕਰ ਲਈਏ ਉਸ ਸਮੇਂ ਦੇ ਜਿਹੜੇ ਕੁਝ ਸਿਆਸੀ ਤੇ ਕੁਝ ਰਾਜਨੀਤਿਕ ਜਾਂ ਸਮਾਜਿਕ ਹਾਲਾਤ ਕੀ ਸੀ ਉਹਨਾਂ ਸਮਿਆਂ ਦੇ ਵਿੱਚ, ਲਾਗੇ ਬੰਨੇ ਸੂਬੇ ਦੇ ਵਿੱਚ ਹੋਰ ਕੀ ਚੱਲਦਾ ਪਿਆ ਸੀ। ਬਹੁਤ ਵਧੀਆ ਜੀ। ਜਿਸ ਮਹਾਨ ਸ਼ਖਸੀਅਤ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਮਹਾਨ ਯੋਧੇ ਸੀ, ਰਾਜਨੀਤੀਵਾਨ ਸੀ, ਯੁੱਧ ਨੀਤੀ ਕਮਾਲ ਦੀ ਸੀ। ਤੇ ਨਾਲ ਦੀ ਨਾਲ ਜਿਵੇਂ ਤੁਸੀਂ ਪੁੱਛਿਆ ਕਿ ਹਾਲਾਤ ਕੀ ਸੀਗੇ ਸਮੇਂ ਦੇ, ਹਾਲਾਤ ਸੀਗੇ ਕਿ ਔਰੰਗਜ਼ੇਬ ਦੀ ਮੌਤ ਹੋ ਚੁੱਕੀ ਹੈ। ਉਹਦਾ ਬੇਟਾ ਬਹਾਦਰ ਸ਼ਾਹ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਤਿਲਕ ਲਾ ਕੇ ਦਿੱਲੀ ਦੇ ਸਿੰਘਾਸਣ ਤੇ ਬਿਠਾਇਆ, ਪਰ ਉਹ ਕੋਈ ਕਾਮਯਾਬ ਬਾਦਸ਼ਾਹ ਨਹੀਂ ਸੀਗਾ। ਮੁਲਕ ਦੇ ਬਹੁਤ ਪਾਸੇ ਹੀ ਉਧਰ ਮਰਹੱਟਿਆਂ ਦੀ, ਵੱਖ-ਵੱਖ ਰਾਜਪੂਤਾਂ ਦੀਆਂ ਛੋਟੇ ਛੋਟੇ ਰਾਜੇ ਜਿਹੜੇ ਉਹ ਸਿਰ ਚੱਕ ਰਹੇ ਸੀ ਜੀ। ਇਸ ਕਰਕੇ ਜਿਹੜਾ ਦਿੱਲੀ ਦਾ ਮੁਖੀਆ ਸੀ, ਰਾਜਾ ਸੀ, ਬਾਦਸ਼ਾਹ ਸੀ, ਉਹ ਕਾਫੀ ਉਲਝਿਆ ਹੋਇਆ ਸੀ ਤੇ ਉਹ ਇੰਨਾ ਰਾਜਨੀਤੀਵਾਨ ਵੀ ਨਹੀਂ ਸੀ ਕਿ ਸਾਰਾ ਕੁਝ ਸੰਭਾਲ ਲਵੇ। 4 ਭਰਾ ਸੀਗੇ, 4 ਭਰਾਵਾਂ ਦੇ ਵਿੱਚ ਆਪਸ ਦੇ ਵਿੱਚ ਵੀ ਟਸਲ ਚੱਲਦੀ ਸੀ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਮੌਕੇ ਦਾ ਫਾਇਦਾ ਉਠਾਇਆ। ਕੁਦਰਤੀ ਹਾਲਾਤ ਇਹੋ ਜਿਹੇ ਬਣੇ ਹੋਏ ਸੀ ਕਿ ਉਹ ਦਿੱਲੀ ਤਾਂ ਬਿਲਕੁਲ ਕੋਲ ਸੀ ਜਿੱਥੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਕਰਨਾਲ ਦੇ ਕੋਲ ਪਾਣੀਪਤ ਦੇ ਇਲਾਕੇ ਦੇ ਵਿੱਚ, ਪਰ ਉਹ ਉਸ ਵੇਲੇ ਰਾਜਸਥਾਨ ਵੱਲ ਗਿਆ ਹੋਇਆ ਬਹਾਦਰ ਸ਼ਾਹ ਆਪ ਫੌਜਾਂ ਲੈ ਕੇ, ਉਧਰ ਵੀ ਲੜਾਈਆਂ ਚੱਲ ਰਹੀਆਂ ਨੇ। ਸੋ ਕਾਫੀ ਉਲਝਿਆ ਹੋਇਆ ਕੰਮ ਸੀਗਾ। ਦੂਜੀ ਗੱਲ ਸੀਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਡੇ ਇਤਿਹਾਸਕਾਰਾਂ ਨੇ ਉਹਨਾਂ ਨਾਲ ਕੋਈ ਇਨਸਾਫ ਨਹੀਂ ਕੀਤਾ। ਉਹਨਾਂ ਨੂੰ ਬਹੁਤ ਵੱਖਰੀ ਤਰ੍ਹਾਂ ਦਾ ਬੰਦਾ ਪੇਸ਼ ਕੀਤਾ। ਪਹਿਲੇ ਜਿਹੜੇ ਤਾਂ ਵਿਰੋਧੀ ਇਤਿਹਾਸਕਾਰ ਸੀ ਉਹਨਾਂ ਦਾ ਤਾਂ ਕੰਮ ਹੀ ਇਹ ਹੁੰਦਾ ਕਿ ਦੁਸ਼ਮਣ ਨੂੰ ਹਮੇਸ਼ਾ ਨੀਚ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਜਿਹੜੇ ਸਾਡੇ ਇਤਿਹਾਸਕਾਰ ਸਿੱਖ ਵੀ ਸੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ 'ਤੇ ਬਹੁਤ ਉਂਗਲਾਂ ਚੁੱਕੀਆਂ ਨੇ। ਜੇ ਤੁਸੀਂ ਇਤਿਹਾਸ ਪੜ੍ਹੋ ਤੁਹਾਨੂੰ ਪਤਾ ਲੱਗਦਾ ਕਿ ਗੱਲ ਕਿੱਥੋਂ ਕਿੱਥੇ ਚਲੀ ਗਈ। ਪਰ ਆਪਾਂ ਫੋਕਸ ਰੱਖੀਏ ਕਿ ਉਹਨਾਂ ਦੀ ਯੁੱਧ ਨੀਤੀ ਕੀ ਸੀਗੀ, ਸਮੇਂ ਦੇ ਜਿਹੜੇ ਹਾਕਮ ਸੀ ਉਹ ਕਿਹੋ ਜਿਹੇ ਸੀ ਜੀ। ਹੁਣ ਆਪਾਂ ਪਿਛਲੇ ਵਾਰੀ ਵੀ ਗੱਲ ਕਰੀ ਸੀ ਕਿ ਬੰਦੇ ਬਹਾਦਰ ਦੀ ਲੁੱਟ ਮਾਰ ਜਿਹੜੀ ਹੁੰਦੀ ਸੀ ਉਹ ਤੋਂ ਸਾਨੂੰ ਲੱਗਦਾ ਵੀ ਯਾਰ ਇਹ ਠੀਕ ਨਹੀਂ ਸੀਗੀਆਂ ਗੱਲਾਂ ਜੀ। ਪਰ ਜਦੋਂ ਅਸੀਂ ਉਸ ਸਮੇਂ 'ਚ ਜਾਈਏ, ਪਿਛਲੇ ਟਾਈਮ 'ਚ ਜਾ ਕੇ ਦੇਖੀਏ ਕਿ ਉਦੋਂ ਦੇ ਜਿਹੜੇ ਹਾਕਮ ਸੀਗੇ, ਚੌਧਰੀ ਸੀ, ਉਹਨਾਂ ਦੇ ਹਾਲਾਤ ਕੀ ਸੀ। ਉਹਨਾਂ ਦੇ ਹਾਲਾਤ ਇਹ ਬਣੇ ਸੀਗੇ ਕਿ 4-4 5-5 ਔਰਤਾਂ ਉਹਨਾਂ ਨੇ ਘਰੇ ਰੱਖੀਆਂ ਹੋਈਆਂ ਸੀ, ਵਿਆਹ ਕਰਾਏ ਹੋਏ ਸੀ, 5-5 10-10 ਫਿਰ ਉਹਨਾਂ ਨੇ ਉਹ ਤੋਂ ਬਾਅਦ ਦਾਸੀਆਂ ਰੱਖੀਆਂ ਹੋਈਆਂ ਸੀ। ਉਹ ਤੋਂ ਉੱਪਰ ਦੀ ਜਾ ਕੇ ਫਿਰ ਉਹ ਪਿੰਡਾਂ ਦੇ ਵਿੱਚ ਜਿਹੜੀ ਧੀ ਕਿਸੇ ਦੀ ਜਵਾਨ ਹੁੰਦੀ ਸੀ, ਖਾਸ ਕਰਕੇ ਹਿੰਦੂਆਂ ਦੀ, ਉਹਦੀ ਵੀ ਇੱਜ਼ਤ ਨਾਲ ਖੇਡਦੇ ਸੀਗੇ। ਲੋਕਾਂ ਨੂੰ ਟਕੇ ਦੇ ਲਈ ਉਹਨਾਂ ਨੇ ਤਰਸਾਇਆ ਹੋਇਆ ਸੀ। ਕੁੱਤੇ ਰੱਖੇ ਸੀਗੇ, ਜੇ ਕੋਈ ਬੰਦਾ ਫੜਿਆ ਜਾਂਦਾ ਜਾਂ ਕਿਸੇ ਨੂੰ ਗਲਤ ਮਲਤ ਤਰੀਕੇ ਨਾਲ ਲਿਆ ਕੇ ਕੁੱਤਿਆਂ ਤੋਂ ਪੜਵਾ ਦੇਣਾ, ਇਹੋ ਜਿਹੀਆਂ ਸਜ਼ਾਵਾਂ ਹੁੰਦੀਆਂ ਸੀ। ਜੇ ਅਸੀਂ ਉਹਨਾਂ ਦੇ ਜ਼ੁਲਮਾਂ ਦੀ ਗੱਲ ਕਰੀਏ ਤਾਂ ਕਹਿੰਦੇ ਆ ਕਿ ਜ਼ਾਲਮ ਨੂੰ ਮਾਰਨਾ ਜਿਹੜਾ ਉਹ ਜ਼ੁਲਮ ਨਹੀਂ ਹੈਗਾ। ਜਦੋਂ ਕੋਈ ਬੰਦਾ ਜ਼ਾਲਮ ਨੂੰ ਮਾਰਦਾ ਉਹ ਜ਼ੁਲਮ ਨਹੀਂ ਕਰਦਾ, ਉਹ ਤਾਂ ਸਗੋਂ ਧਰਮ ਦਾ ਕੰਮ ਕਰਦਾ। ਪਰ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਗਾਹਾਂ ਚੱਲੀਏ ਆਪਾਂ ਕਿ ਬਾਬਾ ਬੰਦਾ ਸਿੰਘ ਬਹਾਦਰ, ਜੇ ਮੈਂ ਥੋੜਾ ਜਿਹਾ ਬਾਬਾ ਬੰਦਾ ਸਿੰਘ ਬਹਾਦਰ ਦੀ ਦਿੱਖ ਬਾਰੇ ਜ਼ਰੂਰ ਐਕਸਪਲੇਨ ਕਰਨਾ ਚਾਹੁੰਦਾ ਜੀ। ਬਿਲਕੁਲ, ਵੀ ਉਹ ਅਸਲ ਸ਼ਖਸੀਅਤ ਕਿਵੇਂ ਲੱਗਦੇ ਕਿੱਦਾਂ ਦੇ ਸੀਗੇ, ਹਨਾ। ਬਾਬਾ ਬੰਦਾ ਸਿੰਘ ਬਹਾਦਰ ਦਾ ਰੰਗ ਥੋੜਾ ਕਣਕ ਬੰਨਾ ਸੀ, ਮਤਲਬ ਬਹੁਤਾ ਗੋਰਾ ਰੰਗ ਨਹੀਂ ਸੀਗਾ ਤੇ ਗੋਲ ਚਿਹਰਾ ਸੀ,
ਸ਼ੇਰ ਵਰਗੀਆਂ ਅੱਖਾਂ ਸੀ, ਪਤਲਾ ਸਰੀਰ ਸੀਗਾ, ਭੂਰੇ ਕੇਸ ਸੀ ਉਹਨਾਂ ਦੇ, ਤੇ ਬਹੁਤ ਹੀ ਜਵਾਨ ਸੀ, ਕੱਦ ਵਧੀਆ ਜਵਾਨ ਸੀਗਾ। ਫਿਰ ਉਹ ਘੋੜਸਵਾਰੀ ਦੇ ਉਸਤਾਦ ਸੀ, ਜੇ ਅਸੀਂ ਦੇਖਦੇ ਹਾਂ ਕਿ ਉਸ ਸਮੇਂ ਦੀ ਇਹ ਮੁੱਖ ਲੋੜ ਹੁੰਦੀ ਸੀ। ਤੀਰ ਅੰਦਾਜ਼ ਬਹੁਤ ਤਕੜੇ ਸੀ, ਆਪਾਂ ਪੜ੍ਹਿਆ ਕਿ ਬਚਪਨ ਤੋਂ ਤੀਰ ਚਲਾਉਂਦੇ ਸੀ, ਤਲਵਾਰਬਾਜੀ ਦਾ ਹਰ ਤਰ੍ਹਾਂ ਫੌਜੀ ਟ੍ਰੇਨਿੰਗ ਨਾਲ ਉਹ ਨਿਪੁੰਨ ਸੀਗੇ। ਤੇ ਜੇ ਅਸੀਂ ਉਹਨਾਂ ਦੀ ਨਿੱਤ ਦੀ ਜੀਵਨ ਨੂੰ ਦੇਖੀਏ ਕਿ ਸਵੇਰ ਨੂੰ ਉੱਠ ਕੇ ਬਾਣੀ ਪੜ੍ਹਦੇ ਸੀ, ਮੈਡੀਟੇਸ਼ਨ ਦੇ ਵਿੱਚ ਬਹਿੰਦੇ ਸੀਗੇ। ਜਿਹੜਾ ਜੀਵਨ ਗੁਰਸਿੱਖਾਂ ਵਾਲਾ ਹੋਣਾ ਚਾਹੀਦਾ ਉਹਨਾਂ ਨੇ ਦ੍ਰਿੜ ਕਰ ਲਿਆ ਸੀ। ਨਾਲ ਦੀ ਨਾਲ ਜਿਹੜੇ ਉਹਨਾਂ ਦੇ ਨਾਲ ਦੇ ਬੰਦੇ ਸੀ ਉਹਨਾਂ ਤੋਂ ਕਿਸੇ ਗੱਲ ਦਾ ਉੱਲਾ ਵੀ ਨਹੀਂ ਸੀ ਰੱਖਦੇ। ਜਿਹੜੀ ਗੱਲ ਸੀ ਉਹ ਪੰਚਾਇਤ 'ਚ ਕਰਦੇ ਸੀ, ਪੰਜਾਂ ਸਿੰਘਾਂ ਦੇ ਨਾਲ ਬਹਿ ਕੇ ਸਲਾਹ ਮਸ਼ਵਰਾ ਕਰਕੇ ਅਗਲਾ ਸਟੈਪ ਚੱਕਦੇ ਸੀ। ਜੇ ਆਪਾਂ ਉਹਨਾਂ ਦੀ ਦੇਖੀਏ ਯੁੱਧ ਨੀਤੀ, ਪਹਿਲੀ ਤਾਂ ਗੱਲ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਇੱਕ ਤਾਂ ਲੜਾਈ ਦਾ ਮੈਦਾਨ ਆ ਜਿਹੜਾ ਉਹ ਆਪ ਚੁਣਨਾ, ਜਿੱਥੇ ਤੁਹਾਨੂੰ ਦੁਸ਼ਮਣ ਸੱਦ ਕੇ ਲੜਨਾ ਚਾਹੁੰਦਾ ਉੱਥੇ ਨਹੀਂ ਜਾਣਾ, ਤੁਸੀਂ ਦੇਖਣਾ ਕਿੱਥੇ ਲੜਨਾ। ਦੂਜੀ ਗੱਲ ਸੀਗੀ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੱਗਦਾ ਸੀ ਮੇਰੀ ਫੌਜ ਥੋੜ੍ਹੀ ਆ, ਤਕੜੀ ਨਹੀਂ, ਜਿੱਤ ਦੇ ਅਸਾਰ ਘੱਟ ਨੇ, ਤਾਂ ਉਹ ਸਟੈਪ ਬੈਕ ਵੀ ਰਾਈਟ ਵੇ ਕਰ ਲੈਂਦੇ ਸੀ। ਇਹ ਚੀਜ਼ ਬਹੁਤ ਪਿਆਰੀ ਆ ਸਾਡੇ ਸਿੱਖ ਇਤਿਹਾਸ ਦੇ ਵਿੱਚ। ਬਾਅਦ 'ਚ ਮਿਸਲਾਂ ਦੇ ਵਿੱਚ ਵੀ ਇਹ ਗੱਲ ਚੱਲਦੀ ਰਹੀ। ਜਦੋਂ ਦੇਖਿਆ ਕਿ ਅਸੀਂ ਕਮਜ਼ੋਰ ਆ ਇਸ ਵੇਲੇ, ਸਾਡੀ ਫੌਜ ਉਨੀ ਤਕੜੀ ਨਹੀਂ, ਜਾਂ ਫੌਜ ਦੇ ਜਿਹੜੇ ਜਜ਼ਬਾਤ ਨੇ ਉਹ ਵੀ ਇਸ ਵੇਲੇ ਕਾਇਮ ਨਹੀਂ ਹੈਗੇ, ਤਾਂ ਸਟੈਪ ਬੈਕ। ਜਦੋਂ ਪਿੱਛੇ ਹਟਦੇ ਸੀ ਤਾਂ ਦੁਸ਼ਮਣ ਮਗਰ ਆਉਂਦਾ ਸੀ ਉਹਨਾਂ ਦੇ, ਫਿਰ ਇੱਕੋ ਹੱਲੇ ਨਾਲ ਉਹ ਦੱਬ ਲੈਂਦੇ ਸੀ। ਸੋ ਯੁੱਧ ਨੀਤੀ ਦੇ ਬੜੇ ਉਹਨਾਂ ਕੋਲੇ ਜਿੱਦਾਂ ਅਸੀਂ ਅੱਜ ਕੱਲ ਤੇ ਅਕਸਰ ਗੱਲ ਤੇ ਇਹੋ ਚੱਲਦੀ ਵੀ ਪਿੱਛੇ ਨਹੀਂ ਹਟਣਾ, ਨਾ ਜੋ ਮਰਜ਼ੀ ਹੋ ਜੇ ਵਧਣਾ ਗਾਂ ਨੂੰ ਹੀ, ਭਾਵੇਂ ਜਿੱਤ ਹੋਏ ਭਾਵੇਂ ਹਾਰ ਹੋਏ। ਮਤਲਬ ਉਹ ਗੱਲਾਂ ਤੇ ਅੱਜ ਕੱਲ ਇਦਾਂ ਦੀਆਂ ਬਣ ਗਈਆਂ ਨਾ। ਬਹੁਤ ਲੜਾਈਆਂ ਇਹੋ ਜਿਹੀਆਂ ਸੀਗੀਆਂ ਜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕੀ ਕਰਦੇ ਸੀ, ਕਿਸੇ ਤੇ ਹਮਲਾ ਕਰਨ ਤੋਂ ਪਹਿਲਾਂ ਉਹਨੂੰ ਕਹਿੰਦੇ ਸੀਗੇ ਵੀ ਪਹਿਲਾਂ ਤਾਂ ਤੂੰ ਸਾਡੀ ਇੱਦਾਂ ਹੀ ਮੰਨ ਲਾ, ਤੈਨੂੰ ਕੁਛ ਨਹੀਂ ਕਹਿੰਦੇ, ਲੁੱਟਦੇ ਮਾਰਦੇ ਕੁਛ ਨਹੀਂ, ਈਨ ਮੰਨ ਲਾ ਸਾਡੀ। ਅੱਜ ਤੋਂ ਬਾਅਦ ਤੂੰ ਸਾਡੀ ਰਿਆਸਤ ਇੱਥੇ ਰਾਜ ਕਰੀ ਚੱਲ, ਬੰਦਿਆਂ ਵਾਂਗੂ ਕਰੀ, ਸਾਡੇ ਅੰਡਰ ਹੋ ਕੇ ਚੱਲਣਾ, ਤੇਰੀ ਫੌਜ ਆ ਸਾਡੀ ਹੋ ਗਈ ਅੱਜ ਤੋਂ ਬਾਅਦ। ਸੁੱਕਾ ਹੀ ਮਾਰ ਲੈਂਦੇ ਸੀ ਜਿਸ ਵੀ ਤਰੀਕੇ ਦੇ ਨਾਲ। ਜੇ ਕੋਈ ਡਰਦਾ ਹੀ ਆ ਤੇ ਉਹਨੂੰ ਮਾਰਨ ਦੀ ਲੋੜ ਨਹੀਂ। ਬਿਲਕੁਲ ਜੀ, ਬਿਲਕੁਲ। ਉਹਨੂੰ ਡਰਾ ਕੇ ਤੇ ਨਾਰ ਲਾਓ, ਆਪਣੀ ਫੌਜ ਹੋਰ ਵੱਡੀ ਕਰਨ। ਇਹ ਨੀਤੀਆਂ ਸੀਗੀਆਂ ਉਹਨਾਂ ਦੀਆਂ। ਬਿਲਕੁਲ ਜੀ। ਇੱਕ ਹੋਰ ਬਹੁਤ ਵਧੀਆ ਗੱਲ ਸੀਗੀ ਜੀ, ਉਹਨਾਂ ਦੇ ਬਾਰੇ ਨਾ ਇੱਕ ਚੱਲਦਾ ਸੀ ਜਿਹਨੂੰ ਅਸੀਂ ਜਾਦੂ ਕਹਿੰਦੇ ਆ, ਮੈਸਮਰਿਜ਼ਮ। ਇਹ ਅਫਵਾਹਾਂ ਚੱਲਦੀਆਂ ਸੀਗੀਆਂ ਕਿ ਬੰਦੇ ਦੇ ਵਿੱਚ ਨਾ ਪਤਾ ਨਹੀਂ ਕੀ ਆ, ਇਹਦੇ ਮੂਹਰੇ ਜਾਗਦਾ ਬੰਦਾ ਉਦਾਂ ਹੀ ਢੇਰੀ ਹੋ ਜਾਂਦਾ, ਇਹ ਤਾਂ ਤਬਾਹ ਕਰ ਦਿੰਦਾ ਨਾ। ਬਾਬੇ ਬੰਦੇ ਬਹਾਦਰ ਨੇ ਉਹ ਤੋਂ ਇਨਕਾਰ ਨਹੀਂ ਕਦੇ ਕੀਤਾ। ਉਹ ਕਹਿੰਦੇ ਸੀ ਜੇ ਇੱਕ ਡਰ ਹੋਊਗਾ ਬਣਿਆ ਹੀ ਹੋਇਆ, ਇਹਨੂੰ ਚੱਲਣ ਦਿਓ। ਉਹਦਾ ਅਸਰ ਕੀ ਪੈਂਦਾ ਸੀਗਾ, ਜਿਹੜੇ ਮੰਨ ਲਓ ਕਿਸੇ ਇੱਕ ਰਿਆਸਤ ਦਾ ਗਵਰਨਰ ਆ, ਹਾਕਮ ਆ, ਉਹਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ ਮੇਰੇ ਵੱਲ ਨੂੰ। ਹੁਣ ਉਹ ਕੀ ਕਰਦਾ ਸੀਗਾ, ਬਈ ਚੁੱਪ ਕਰਕੇ ਈਨ ਮੰਨ ਲਓ, ਬਾਦਸ਼ਾਹ ਨੂੰ ਕੁਛ ਨਾ ਦੱਸੋ। ਜੇ ਮੈਂ ਬਾਦਸ਼ਾਹ ਨੂੰ ਦੱਸੂ, ਉਹਨੇ ਕਹਿਣਾ ਓਕੇ ਫੌਜ ਲੈ ਕੇ ਜਾ, ਇਹਦੇ ਨਾਲ ਲੜਾਈ ਕਰ, ਫਿਰ ਮੈਂ ਮਰਨਾ ਪੈਣਾ, ਕਿਉਂਕਿ ਇਹਦੇ ਨਾਲ ਤਾਂ ਲੜਾਈ ਨਹੀਂ ਜਾ ਸਕਦਾ। ਉਹ ਦੱਸਦੇ ਨਹੀਂ ਸੀ, ਉੱਪਰਲੀਆਂ ਸਰਕਾਰਾਂ ਤੱਕ ਗੱਲ ਨਹੀਂ ਸੀ ਪਹੁੰਚਦੀ, ਤੇ ਥੱਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ 28 ਪਰਗਣੇ ਸਰਹੰਦ ਦੇ ਸੀ ਉਹਨਾਂ ਦੇ ਵਿੱਚ ਤਬਾਹੀ ਮਚਾਈ ਹੋਈ ਸੀ। ਦੂਜੀ ਗੱਲ ਸੀਗੀ, ਜਿਹੜੇ ਦੂਜੇ ਸੀਗੇ, ਮੰਨ ਲਓ ਇੱਕ ਪਰਗਣੇ ਤੇ ਹਮਲਾ ਹੋ ਗਿਆ ਤਾਂ ਦੂਜੇ ਵੀ ਨਹੀਂ ਸੀ ਦੱਸਦੇ। ਉਹ ਕਹਿੰਦੇ ਫਿਰ ਬਾਦਸ਼ਾਹ ਨੇ ਸਾਨੂੰ ਕਹਿਣਾ ਤੁਸੀਂ ਜਾਓ ਹੁਣ। ਤੇ ਜਿਹੜਾ ਲੜ ਰਿਹਾ ਉਹਦੀ ਪ੍ਰਸ਼ੰਸਾ ਨਹੀਂ ਸੀ ਕਰਦੇ ਕਿ ਬਾਦਸ਼ਾਹ ਨੇ ਕਹਿਣਾ ਤੁਸੀਂ ਨਿਕੰਮੇ ਹੋ ਬਾਕੀ ਦੇ। ਇਹਨਾਂ ਸਾਰੀਆਂ ਚੀਜ਼ਾਂ ਦਾ ਬਾਬੇ ਬੰਦੇ ਬਹਾਦਰ ਨੇ ਫਾਇਦਾ ਚੁੱਕਿਆ, ਜਿਹੜਾ ਕਿ ਉਸ ਵੇਲੇ ਸੀ। ਆਪਾਂ ਗੱਲ ਕਰਦੇ ਸੀ ਕੁੰਜਪੁਰੇ ਦੀ ਜੀ। ਬਿਲਕੁਲ। ਹੁਣ ਕੁੰਜਪੁਰੇ ਅਖੀਰ ਦੇ ਵਿੱਚ ਚਿੱਠੀ ਦੇ ਕੇ ਭੇਜਿਆ। ਹੁਣ ਸੂਈਏ ਨੂੰ ਕੁੱਟਿਆ ਮਾਰਿਆ ਨਹੀਂ, ਕੁਛ ਨਹੀਂ ਕਿਹਾ, ਸਜ਼ਾ ਨਹੀਂ ਦਿੱਤੀ। ਉਹਨੂੰ ਕਹਿੰਦੇ ਚਿੱਠੀ ਲੈ ਜਾ ਕੇ ਵਜੀਦ ਖਾਨ ਨੂੰ ਦੇ ਦੀ। ਉਹਦੇ ਤੇ ਇੱਕ ਦਿਨ ਮੁਕਰਰ ਕਰਤਾ ਕਿ ਇੰਨੀ ਤਰੀਕ ਨੂੰ ਅਸੀਂ ਤੇਰਾ ਪਿੰਡ ਕੁੰਜਪੁਰਾ ਜਿਹੜਾ ਉਹ ਲੁੱਟਣਾ, ਕੁੱਟਣਾ ਤੇ ਦੱਬਣਾ, ਜੇ ਤੇਰੇ 'ਚ ਦਾਮਾ ਤੂੰ ਆ ਜਾਏ। ਹੁਣ ਵਜੀਦ ਖਾਨ ਚਿੱਠੀ ਪੜ੍ਹਦਾ, ਚਿੱਠੀ ਪੜ੍ਹ ਕੇ ਹੱਸਦਾ, ਕਹਿੰਦਾ ਦੇਖੋ ਵੀ ਸਿੱਖਾਂ ਦਾ ਗੁਰੂ ਤਾਂ ਮੈਂ ਇੱਥੋਂ ਭਜਾ ਕੇ ਨੰਦੇੜ ਵਾੜਤਾ, ਬੱਚੇ ਮੈਂ ਉਹਦੇ ਸ਼ਹੀਦ ਕਰਤੇ, ਸਿੱਖ ਅਸੀਂ ਭਾਲਦੇ ਫਿਰਦੇ, ਸਾਨੂੰ ਭਾਲਿਆ ਨਹੀਂ ਇੱਥੇ ਆਉਂਦਾ ਕੋਈ। ਤੇ ਉੱਥੋਂ ਇੱਕ ਸਾਧ ਆਇਆ, ਉਹ ਕਹਿੰਦਾ ਵੀ ਮੈਂ ਸਰਹੰਦ ਦੀ ਇੰਟਰਨੈਟ ਖੜਕਾਊਂਗਾ, ਮੈਂ ਤੇਰੇ ਪਿੰਡ ਨੂੰ ਲੁੱਟੂੰਗਾ। ਉਹਨੇ ਕੀਤਾ ਛੋਟੀ ਜਿਹੀ ਫੌਜ ਦੀ 500-400 ਟੁਕੜੀ, 500 ਫੌਜ ਦੀ, ਇੱਕ ਤੋਪ ਦੇ ਕੇ, ਕੁਛ ਘੋੜਸਵਾਰ 100-150 ਘੋੜਸਵਾਰ ਆ ਉਹਦੇ ਵਿੱਚ, ਕੁਛ ਪੈਦਲ ਫੌਜ ਆ, ਉਹਨੂੰ ਭੇਜਤਾ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਇਸ ਗੱਲ ਦਾ ਕਿ ਉਹਨੇ ਕੀ ਕਰਨਾ। ਤਾਂ ਜਿਹੜਾ ਸਰਹੰਦ ਤੋਂ ਕੁੰਜਪੁਰੇ ਨੂੰ ਰਾਹ ਜਾਂਦਾ
ਉਹਦੇ ਰਾਹ ਦੇ ਵਿੱਚ ਖੜ ਗਈ ਫੌਜ। ਬਾਬਾ ਬੰਦਾ ਸਿੰਘ ਬਹਾਦਰ ਜੰਗਲ ਦੇ ਵਿੱਚ ਲੁਕੀ ਹੋਏ, ਜਿੰਨੇ ਕੁ ਵੀ ਹੁੰਦੇ ਉਹਦੇ ਕੋਲੇ, ਬਹੁਤ ਛੋਟੀ ਫੌਜ ਸੀਗੀ, ਸੈਂਕੜਿਆਂ ਦੀ ਗਿਣਤੀ ਸੀਗੀ। ਤਾਂ ਜਦੋਂ ਉਹ ਫੌਜ ਉੱਥੇ ਪਹੁੰਚੀ ਤਾਂ ਉਹਨਾਂ ਨਾਲ ਉੱਥੇ ਹਮਲਾ ਕਰਤਾ ਜੰਗਲ ਚੋਂ ਨਿਕਲ ਕੇ। ਜੰਗਲ ਦੇ ਵਿੱਚ ਰਾਹ ਦੇ ਦੋਨੋਂ ਪਾਸੇ ਫੌਜ ਖੜੀ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਪੂਰੀ ਪਲਾਨ ਨਾਲ। ਹੁਣ ਜਿਹੜੇ ਘੋੜਿਆਂ ਵਾਲੇ ਸੀ ਉਹ ਉੱਤਰ ਕੇ ਪੈਦਲ ਬੰਦਿਆਂ ਦੇ ਮਗਰ ਕਿਰਪਾਨਾਂ ਲੈ ਕੇ ਪੈ ਗਏ, ਜੰਗਲ 'ਚ ਵੜ ਗਏ ਘੋੜੇ ਛੱਡ ਕੇ। ਤੇ ਜਿਹੜੇ ਦੂਜੇ ਪਾਸੇ ਸਿੰਘ ਲੁਕੇ ਆ 100 ਬੰਦਾ, ਉਹਨਾਂ ਨੇ ਘੋੜੇ ਲੈ ਕੇ ਤੋਪ ਲੈ ਕੇ ਦੌੜ ਗਏ। ਤਾਂ ਉਹ ਫੌਜ ਨੂੰ ਹੁਣ ਪਤਾ ਨਹੀਂ ਲੱਗਦਾ ਸੀ ਲੜਦੇ ਕਿਹਦੇ ਨਾਲ ਆ, ਸਾਡਾ ਨੁਕਸਾਨ ਕਿੱਥੇ ਹੋ ਗਿਆ। ਉਹ ਫੌਜ ਉੱਥੇ ਕਨਫਿਊਜ਼ ਹੋ ਕੇ ਵਾਪਸ ਚਲੀ ਗਈ ਲੜਾਈ ਤੋਂ ਬਾਅਦ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਕੁੰਜਪੁਰਾ ਜਿਹੜਾ ਉਹ ਲੁੱਟਿਆ। ਜਿਵੇਂ ਆਪਾਂ ਦੱਸਿਆ ਕਿ ਬਹੁਤ ਸਾਰੇ ਧਾੜਵੀ ਬਦਮਾਸ਼ ਜਿਹੜੇ ਲੁਟੇਰੇ ਲੋਕ ਉਹ ਵੀ ਨਾਲ ਰਲੇ ਹੋਏ ਸੀਗੇ। ਪਰ ਜਦੋਂ ਡੇਲੀ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਦੇਖਦੇ ਸੀ ਕਿ ਸਵੇਰ ਨੂੰ ਉੱਠ ਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਿੰਘ ਨਿਤਨੇਮ ਕਰਦੇ ਆ, ਸਮਾਧੀ ਬਹਿੰਦੇ ਆ ਤੇ ਹਮੇਸ਼ਾ ਚੰਗਾ ਬੋਲਦੇ ਆ, ਉਹਨਾਂ ਲੋਕਾਂ ਤੇ ਵੀ ਅਸਰ ਹੁੰਦਾ ਸੀ। ਤਾਂ ਜਿਹੜੀ ਲੁੱਟ ਕੁੰਜਪੁਰੇ ਤੋਂ ਹੋਈ ਉਹ ਉਹਨਾਂ ਦੇ ਵਿੱਚ ਜਿਹੜੇ ਧਾੜਵੀ ਲੋਕ ਸੀ ਜਾਂ ਪਿੰਡ ਦੇ ਗਰੀਬ ਲੋਕਾਂ 'ਚ ਵੰਡਤੀ। ਇੱਕ ਕੁੰਜਪੁਰੇ ਪਿੰਡ ਤੇ ਹਮਲਾ ਕਰਨ ਤੋਂ ਬਾਅਦ ਵਜ਼ੀਰ ਖਾਨ ਦੇ ਪਿੰਡ ਕੁੰਜਪੁਰੇ ਤੇ ਜਦੋਂ ਹਮਲਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ, ਉੱਥੋਂ ਲੁੱਟਿਆ, ਉਸ ਤੋਂ ਬਾਅਦ ਅਗਲਾ ਸਟੈਪ ਕੀ ਸੀ? ਫਿਰ ਕਿੱਧਰ ਨੂੰ ਚਾਲੇ ਪਾਏ ਜਿਹੜੀ ਫੌਜ ਨੇ? ਜਿਵੇਂ ਇਤਿਹਾਸਕਾਰਾਂ ਨੇ ਲਿਖਿਆ ਜੀ ਕਿ ਗੁਰੂ ਸਾਹਿਬ ਨੇ ਇੱਕ ਲਿਸਟ ਬਣਾ ਕੇ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ। ਬਈ ਤੂੰ ਕਿੱਥੇ ਕਿੱਥੇ ਜਾਣਾ। ਉਹਨਾਂ ਸਾਰਾ ਨਕਸ਼ਾ ਰੈਡੀ ਕਰਕੇ ਦਿੱਤਾ ਸੀ, ਮੈਪ ਸੀਗਾ ਉਹਨਾਂ ਕੋਲੇ ਵੀ ਕਿਹੜੇ ਕਿਹੜੇ ਜ਼ਾਲਮ ਨੇ, ਕਿਹੜੇ ਕਿਹੜੇ ਸਿੱਖ ਵਿਰੋਧੀ ਨੇ ਤੇ ਕਿਹੜੇ ਕਿਹੜੇ ਨੇ ਬੰਦਿਆਂ ਨੇ ਹਿੰਦੂਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ, ਉਹਨਾਂ ਨੂੰ ਸੋਧਣਾ। ਕਿਉਂਕਿ ਲੜਾਈਆਂ ਇੰਨੀਆਂ ਨੇ ਜੀ, ਆਪਾਂ ਸ਼ਾਇਦ ਸਾਰੀਆਂ ਦਾ ਜ਼ਿਕਰ ਬਣਾ ਕਰ ਸਕੀਏ ਵੀ ਉਹਨਾਂ ਨੇ ਕਿੱਥੇ ਕਿੱਥੇ ਕਿਹੜੀ ਕਿਹੜੀ ਲੜਾਈ ਲੜੀ। ਪਰ ਉਹ ਇਦਾਂ ਨਹੀਂ ਵੀ ਐਵੇਂ ਕਿਤੇ ਚਲ ਜਾਂਦੇ ਸੀ। ਨਹੀਂ ਐਵੇਂ ਨਹੀਂ ਸੀਗਾ, ਉਹ ਸਾਰਾ ਕੁਝ ਪਲਾਨਡ ਸੀਗਾ। ਹੁਣ ਅਗਲਾ ਜਿਹੜਾ ਸਭ ਤੋਂ ਮੇਨ ਟਾਰਗੇਟ, ਸਭ ਤੋਂ ਪਹਿਲਾ ਸੀਗਾ ਉਹਨਾਂ ਦਾ ਵੱਡਾ ਟਾਰਗੇਟ, ਉਹ ਸੀ ਸਮਾਣਾ। ਸਮਾਣਾ ਸ਼ਹਿਰ ਹੈ ਜੀ ਜਿਹੜਾ ਇਹ ਸੰਗਰੂਰ ਦੇ ਏਰੀਏ ਦੇ ਵਿੱਚ ਆ ਜੀ, ਹਰਿਆਣੇ ਦੇ ਬਾਰਡਰ ਜਿਹਦੇ ਲੱਗ ਗਿਆ। ਉਸ ਵੇਲੇ ਦਾ ਬਹੁਤ ਮਸ਼ਹੂਰ ਸ਼ਹਿਰ ਸੀਗਾ ਸਮਾਣਾ। ਉਹ ਇੱਕ ਵਿੱਦਿਆ ਦਾ ਕੇਂਦਰ ਵੀ ਸੀ। ਮੁਸਲਮਾਨ ਇਸਲਾਮਿਕ ਵਿੱਦਿਆ, ਬਹੁਤ ਵੱਡੇ ਵੱਡੇ ਵਿਦਵਾਨ ਉੱਥੇ ਸੀਗੇ ਉਸ ਸ਼ਹਿਰ ਦੇ ਵਿੱਚ, ਤੇ ਬਹੁਤ ਹੀ ਅਮੀਰ ਲੋਕ ਰਹਿੰਦੇ ਸੀ। 22 ਪਾਲਕੀਆਂ ਸੀਗੀਆਂ ਸਮਾਣੇ ਦੀਆਂ। ਪਾਲਕੀਆਂ ਮੀਨਸ ਤੁਸੀਂ ਕਹਿ ਲਓ ਵੀ ਉਹ ਇੱਕ ਉਹ ਅਹੁਦਾ ਸੀ ਕਿ ਉਹ ਬੰਦੇ ਪਾਲਕੀ 'ਚ ਬਹਿ ਕੇ ਜਾਂਦੇ ਸੀਗੇ, ਅਮੀਰ ਲੋਕ 4 ਬੰਦੇ ਉਹਨੂੰ ਚੱਕ ਕੇ ਲੈ ਜਾਂਦੇ ਸੀ, ਤੇ ਉਹ ਪਾਲਕੀ ਦੀ ਇਜਾਜ਼ਤ ਲੈਣੀ ਪੈਂਦੀ ਹੁੰਦੀ ਸੀਗੀ ਮੁਗਲਾਂ ਦੇ ਸਮੇਂ। ਹਰ ਕੋਈ ਪਾਲਕੀ 'ਚ ਨਹੀਂ ਬਹਿ ਸਕਦਾ। ਹਿੰਦੂਆਂ ਦੀ ਹਾਲਤ ਤਾਂ ਇੰਨੀ ਮਾੜੀ ਸੀ ਕਿ ਉਹ ਘੋੜੇ ਤੇ ਨਹੀਂ ਚੜ੍ਹ ਸਕਦੇ, ਮਨਾਹੀ ਸੀ ਕਿ ਕੋਈ ਹਿੰਦੂ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਹਿੰਦੂ ਦਸਤਾਰ ਨਹੀਂ ਸਜਾ ਸਕਦਾ ਸਿਰ ਤੇ, ਕਿਰਪਾਨ ਨਹੀਂ ਰੱਖ ਸਕਦਾ। ਇੱਥੋਂ ਤੱਕ ਬੁਰੀ ਹਾਲਤ ਮੈਂ ਪੜ੍ਹੀ ਜੀ ਇਤਿਹਾਸ ਦੇ ਵਿੱਚ ਵੀ ਜੇ ਕਿਸੇ ਮੁਗਲ ਨੇ ਥੁੱਕਣਾ ਹੋਵੇ ਤਾਂ ਹਿੰਦੂ ਨੂੰ ਮੂੰਹ ਖੋਲ੍ਹਣਾ ਪੈਂਦਾ ਸੀ। ਉਹ ਕਹਿੰਦੇ ਸੀ ਮੂੰਹ ਖੋਲ, ਮੈਂ ਥੁੱਕਣਾ। ਤੇ ਖੋਲਦੇ ਸੀਗੇ, ਉਹ ਖੋਲਦੇ ਸੀਗੇ। ਜੇ ਘੋੜੇ ਤੇ ਚੜ੍ਹਨਾ ਤੇ ਉਤਰਨਾ ਹੋਵੇ ਮੁਗਲ ਬਾਦਸ਼ਾਹ ਨੇ, ਕਿਸੇ ਨਵਾਬ ਨੇ, ਤਾਂ ਕੋਲੇ ਕੋਈ ਹਿੰਦੂ ਆ, ਉਹਨੂੰ ਕਹਿੰਦੇ ਸੀ ਇੱਥੇ ਖੜ ਨੀਵਾਂ ਹੋ ਕੇ, ਉਹਦੀ ਢੂਹੀ ਤੇ ਪੈਰ ਧਰ ਕੇ ਘੋੜੇ ਤੇ ਚੜ੍ਹਨਾ। ਇਹੋ ਜਿਹੇ ਹਾਲਾਤ ਸੀਗੇ ਹਿੰਦੂ ਲੋਕਾਂ ਦੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਹਾਲਾਤ ਚੇਂਜ ਕਰਨੇ ਸੀਗੇ ਜੀ। ਤਾਂ ਜਦੋਂ ਉਹ ਸਮਾਣੇ ਤੇ ਹਮਲਾ ਕਰਦੇ ਆ, ਸਮਾਣਾ ਇੰਨਾ ਅਮੀਰ ਸ਼ਹਿਰ ਸੀ ਕਿ ਉੱਥੇ 22 ਪਾਲਕੀਆਂ ਸੀਗੀਆਂ ਤੇ ਨਾਲ ਦੀ ਨਾਲ ਸੈਯਦ ਮੁਸਲਮਾਨਾਂ ਦਾ ਸ਼ਹਿਰ ਸੀਗਾ ਜੀ। ਸੈਯਦ ਮੁਸਲਮਾਨ ਇੱਕ ਵੱਖਰੀ ਕੈਟਾਗਰੀ ਆ, ਜਿਹੜੇ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਸੀ ਬੀਬੀ ਫਾਤਮਾ, ਉਹਦੀ ਗਾਹਾਂ ਅੰਸ ਚੋਂ ਆਪਣੇ ਆਪ ਨੂੰ ਕਹਾਉਂਦੇ ਆ। ਤੇ ਜਿਹੜੇ ਜਲਾਦ ਸੀਗੇ ਜੀ ਮੁਸਲਮਾਨਾਂ ਦੇ ਵਿੱਚ ਜਾਂ ਮੁਗਲਾਂ ਦੇ ਵਿੱਚ, ਇਹ ਇੱਕ ਰਵਾਇਤ ਸੀਗੀ ਕਿ ਇੱਕ ਤਾਂ ਨੋਰਮਲ ਜਲਾਦ ਸੀ, ਜਿਹੜੇ ਲੋਕ ਕਿਸੇ ਨੂੰ ਫਾਂਸੀ ਦਿੰਦੇ ਆ, ਕਿਸੇ ਦਾ ਗਲ ਵੱਢਦੇ ਆ, ਕਤਲ ਕਰਦੇ ਆ, ਆਮ ਬੰਦੇ ਦਾ, ਕਿਸੇ ਚੋਰ ਡਾਕੂ ਲਟੇਰੇ ਦਾ। ਇੱਕ ਸੀਗੇ ਵੀ ਜਿਹੜੇ ਧਾਰਮਿਕ ਬੰਦਿਆਂ ਨੂੰ ਸਜ਼ਾ ਦਿੰਦੇ ਆ, ਉਹ ਸੈਯਦ ਜਲਾਦ ਨੇ। ਉਹਨਾਂ ਦੀ ਵੱਡੀ ਕੈਟਾਗਰੀ ਆ। ਕਿਉਂਕਿ ਉਹਨਾਂ ਦਾ ਕੰਮ ਹੁੰਦਾ ਸੀ ਵੀ ਤੂੰ ਕੋਸ਼ਿਸ਼ ਕਰਨੀ ਆ ਕਿ ਇਹਨੂੰ ਮੁਸਲਮਾਨ ਬਣਾਉਣਾ। ਜਲਾਦ ਨੇ ਅਖੀਰਲੇ ਮਿੰਟ ਤੇ ਬੰਦਾ ਉਸ ਵੇਲੇ ਘਬਰਾਇਆ ਹੋਊ, ਡਰਿਆ ਹੋਊਗਾ, ਉਹਦੇ ਹਾਲਾਤ ਕੀ ਨੇ, ਉਹ ਦੇਖ ਕੇ ਉਹਨੂੰ ਸ਼ਰਅ ਦੇ ਮੁਤਾਬਕ ਗੱਲਾਂ ਦੱਸਣੀਆਂ ਨੇ ਵੀ ਦੇਖ ਧਰਮ ਤਾਂ ਧਰਮ ਹੀ ਹੁੰਦਾ, ਤੂੰ ਹਿੰਦੂ ਨਾ ਹੋਇਆ ਤਾਂ ਮੁਸਲਮਾਨ ਹੋਇਆ, ਖੁਦਾ ਤਾਂ ਇੱਕੋ ਹੀ ਆ, ਤੂੰ ਆਪਣਾ ਧਰਮ ਬਦਲ ਲਾ। ਜਿਹੜੇ ਉਹ ਜਲਾਦ ਸੀਗੇ ਉਹ ਧਾਰਮਿਕ ਤੌਰ ਤੇ ਐਜੂਕੇਟਡ ਸੀਗੇ। ਹੁਣ ਜਿਹੜਾ ਸਮਾਣੇ ਦਾ ਸੰਬੰਧ ਹੈ ਜੀ, ਉਹ ਸਭ ਤੋਂ ਪਹਿਲਾਂ
ਜਿਹੜੇ ਗੁਰੂ ਤੇਗ ਬਹਾਦਰ ਜੀ ਜਦੋਂ ਸ਼ਹੀਦੀ ਹੁੰਦੀ ਆ ਦਿੱਲੀ ਦੇ ਵਿੱਚ, ਹੂੰ, ਜਿਹੜਾ ਜਲਾਦ ਆ ਉਦੋਂ ਜਲਾਲੂਦੀਨ, ਅੱਛਾ, ਉਹ ਇੱਥੋਂ ਦਾ ਰਹਿਣ ਵਾਲਾ ਸੀ, ਸਮਾਣੇ ਦਾ। ਜਲਾਲੂਦੀਨ ਨਾਮ ਸੀ ਉਹਦਾ? ਜਲਾਲੂਦੀਨ ਉਹਦਾ ਨਾਂ ਸੀ, ਸਮਾਣੇ ਦਾ ਰਹਿਣ ਵਾਲਾ ਸੀ। ਇਹੀ ਰੀਜਨ ਸੀ ਕਿ ਉੱਥੇ 22 ਤੋਂ ਵੱਧ ਬੰਦਿਆਂ ਨੂੰ ਸਿਕਿਉਰਿਟੀ ਮਿਲੀ ਹੋਈ ਸੀ ਉਹ ਸ਼ਹਿਰ ਦੇ ਵਿੱਚ, ਕਿਉਂਕਿ ਉਹ ਜਲਾਦਾਂ ਨੂੰ ਫਿਰ ਖਤਰਾ ਹੁੰਦਾ ਸੀ, ਠੀਕ ਆ, ਜਿਨ੍ਹਾਂ ਨੂੰ ਕੋਈ ਇਹੋ ਜਿਹੇ ਘਿਨਾਉਣੇ ਕੰਮ ਕੀਤੇ ਆ। ਫਿਰ ਉਹਨਾਂ ਨੂੰ ਪਾਲਕੀਆਂ ਮਿਲ ਜਾਂਦੀਆਂ? ਉਹਨਾਂ ਨੂੰ ਪਾਲਕੀਆਂ ਮਿਲ ਜਾਂਦੀਆਂ ਸੀਗੀਆਂ। ਪਾਲਕੀ ਇੱਕ ਤਰੀਕੇ ਦੀ ਸਿਕਿਉਰਿਟੀ ਗੱਲ ਉਹ ਤੁਸੀਂ, ਹਾਂਜੀ, ਜਿੱਦਾਂ ਜੈਡ ਸਿਕਿਉਰਿਟੀ ਮਿਲਦੀ, ਜੈਡ ਸਿਕਿਉਰਿਟੀ, ਸਵਾਰੀ ਤੇ ਸਿਕਿਉਰਿਟੀ, ਜਿਵੇਂ ਹੁਣ ਅੱਜ ਵੀ ਹੈ ਨਾ, ਗੱਡੀ ਵੀ ਦਿੰਦੇ ਨਾਲ ਉਹਨੂੰ ਬੰਦੇ ਨੂੰ, ਉਹੀ ਚੀਜ਼ ਸੀ, ਝੰਡੀ ਵਾਲੀ ਗੱਡੀ ਕਹ ਲਓ। ਅੱਛਾ, ਉਦੋਂ ਝੰਡੀ ਲੱਗਦੀ ਸੀ? ਉਦੋਂ ਪਾਲਕੀ ਹੁੰਦੀ ਸੀ, ਝੰਡੀ ਸੀਗੀ, ਹਾਂਜੀ ਹਾਂਜੀ। ਫਿਰ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ 2 ਜਲਾਦ ਸੀਗੇ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹ ਉਸੇ ਜਲਾਦ ਦੇ ਜਲਾਲੂਦੀਨ ਦੇ ਭਤੀਜੇ ਸੀ। ਫਿਰ ਰਹਿੰਦੇ ਵੀ ਉੱਥੇ ਹੋਣੇ ਕੁਝ? ਉਹ ਵੀ ਸਮਾਣੇ ਦੇ ਰਹਿਣ ਵਾਲੇ, ਸਾਰਾ ਕਾਰਨ ਬਣ ਗਿਆ ਉੱਥੇ ਹਮਲਾ ਕਰਨ? ਬਿਲਕੁਲ ਜੀ, ਉਹ ਰੀਜਨ ਸੀਗਾ। ਠੀਕ ਹੈ। ਸਮਾਣੇ ਨੂੰ ਕਿਉਂ ਢਾਇਆ ਬਾਬੇ ਬੰਦੇ ਸਿੰਘ ਬਹਾਦਰ ਨੇ? ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਢਾਡੀ ਸਿੰਘਾਂ ਤੋਂ ਸੁਣਦੇ ਹੁੰਦੇ ਸੀ ਕਿ ਢਾਹ ਦਿਓ ਸਿੰਘੋ ਸ਼ਹਿਰ ਸਮਾਣੇ ਨੂੰ, ਕਿ ਜਿੰਨੀਆਂ ਵੱਡੀਆਂ ਬਿਲਡਿੰਗਾਂ ਸੀ, ਅਟਾਰੀਆਂ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਵੀ ਇਹਨਾਂ ਨੇ ਬਹੁਤ ਜ਼ੁਲਮ ਕਰ ਲਿਆ, ਤਬਾਹ ਕਰ ਦਿਓ ਇਹਨਾਂ ਨੂੰ। ਫਿਰ ਤੀਸਰੀ ਗੱਲ ਜਿਹੜੀ ਹੈਗੀ ਆ ਜੀ, ਸਿੱਖ ਇਤਿਹਾਸ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਘੇਰਾ ਪੈ ਜਾਂਦਾ ਤੇ ਬਾਹਰਲੇ ਪਾਸੇ ਮੁਗਲ ਫੌਜਾਂ ਬੈਠੀਆਂ ਨੇ, ਤਾਂ ਆਪਾਂ ਆਮ ਤੁਸੀਂ ਵੀ ਸੁਣੀ ਹੋਣੀ ਕਹਾਣੀ ਕਿ ਕੁਰਾਨ ਦੇ ਜਿਲਦ ਦੇ ਉੱਤੇ ਲਿਖ ਕੇ ਇੱਕ ਅਹਿਦਨਾਮਾ ਦਿੱਤਾ ਵੀ ਤੁਸੀਂ ਕਿਲ੍ਹਾ ਛੱਡ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਉਧਰ ਹਿੰਦੂ ਰਾਜਿਆਂ ਨੇ, ਬਾਈਧਰ ਦੇ ਰਾਜਿਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਕਸਮ ਖਾਧੀ ਵੀ ਗੁਰੂ ਸਾਹਿਬ ਤੁਸੀਂ ਕਿਲ੍ਹਾ ਛੱਡ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਜਿੱਥੇ ਮਰਜ਼ੀ ਜਾ ਕੇ ਰਹੋ। ਅੱਛਾ। ਤਾਂ ਜਿਹੜਾ ਕਾਜੀ ਸੀਗਾ ਸੈਯਦ ਵਲੀ ਹਸਨ, ਜਿਹਨੇ ਉਹ ਕੁਰਾਨ ਦੇ ਉੱਤੇ ਲਿਖ ਕੇ ਉਹ ਅਹਿਦਨਾਮਾ ਲੈ ਕੇ ਗਿਆ ਸੀ ਕਿ ਆਪਾਂ ਸੰਧੀ ਕਰਦੇ ਸੀ, ਤੁਹਾਨੂੰ ਕੁਛ ਨਹੀਂ ਕਹਿੰਦੇ, ਉਹ ਵੀ ਸਮਾਣੇ ਦਾ ਰਹਿਣ ਵਾਲਾ ਸੀ। ਸੈਯਦ ਹਸਨ ਕਾਜੀ ਆ ਜੀ ਉਹ। ਅੱਛਾ। ਹੁਣ ਸਮਾਣੇ ਨੂੰ ਢਾਉਣ ਦੇ ਰੀਜ਼ਨ ਇਹ ਸੀਗੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਹਮਲਾ ਕੀਤਾ ਤਾਂ ਉਹ ਅਮੀਰ ਲੋਕ ਜਿਨ੍ਹਾਂ ਨੂੰ ਸਿਕਿਉਰਟੀਆਂ ਮਿਲੀਆਂ ਹੋਈਆਂ ਸੀ, ਉਹਨਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ ਤੇ ਬਹੁਤ ਵੱਡੀ ਲੁੱਟ ਆ ਜਿਹੜੀ ਸਮਾਣੇ ਦੇ ਵਿੱਚੋਂ ਹੋਈ। ਉਸ ਵੇਲੇ ਕਹਿੰਦੇ ਆ ਕਿ ਲੱਖਾਂ ਦੇ ਵਿੱਚ ਰੁਪਈਆ ਜਿਹੜਾ ਉਹ ਸੋਨਾ ਚਾਂਦੀ ਉੱਥੋਂ ਲੁੱਟਿਆ ਗਿਆ। ਅੱਛਾ ਜੀ। ਤੇ ਉਹ ਸ਼ਹਿਰ ਹਲੇ ਵੀ ਉਹਦਾ ਥੇ ਪਿਆ ਜੀ। ਜੇ ਤੁਸੀਂ ਹੁਣ ਜਿਹੜਾ ਸਮਾਣਾ ਸ਼ਹਿਰ ਉਹਦੇ ਇੱਕ ਪਾਸੇ ਸਾਈਡ ਤੇ ਜਾਓ, ਉੱਥੇ ਇੱਕ ਉੱਚਾ ਥੇ ਹੈ ਜਿੱਥੇ ਉਹ ਪਹਿਲਾ ਸ਼ਹਿਰ ਸੀਗਾ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਤਹਿਸ ਨਹਿਸ ਕਰਤਾ। ਅੱਛਾ, ਹੁਣ ਅੱਜ ਵੀ ਉੱਥੇ ਥੇ ਉਦਾਂ ਹੀ ਪਈ? ਉੱਥੇ ਹੈਗਾ ਜੀ, ਉਹਦੇ ਨਿਸ਼ਾਨ ਹੈਗੇ ਆ। ਪਰ ਹੁਣ ਇੱਥੇ ਆਪਾਂ ਇਹ ਦੇਖਣਾ ਕਿ ਸਿੱਖਾਂ ਨੇ ਕੋਈ ਲੜਾਈ ਜਰ ਜੋਰੂ ਜ਼ਮੀਨ ਪਿੱਛੇ ਨਹੀਂ ਕੀਤੀ, ਉਹਦੇ ਵੱਖਰੇ ਰੀਜਨ ਸੀਗੇ। ਪਰ ਉਹਨਾਂ ਨੇ ਜਿਹੜੇ ਜਿਹਨੂੰ ਵੀ ਜਿੱਤਦੇ ਸੀਗੇ ਉਹਨੂੰ ਉੱਥੇ ਉਹ ਆਪਣੇ ਕਿਸੇ ਸਿੰਘ ਨੂੰ, ਜਿਵੇਂ ਇੱਥੇ ਫਤਿਹ ਸਿੰਘ ਨੂੰ ਚਾਰਜ ਸੰਭਾਲਤਾ, ਉੱਥੋਂ ਦਾ ਸੂਬੇਦਾਰ ਲਾਤਾ ਤੇ ਇਹ ਰਿਆਸਤ ਤੇ ਆਪਣਾ ਕਬਜ਼ਾ ਕਰ ਲਿਆ। ਅੱਛਾ, ਉੱਥੇ ਬੰਦਾ ਆਪਣਾ ਕੋਈ ਲਾ ਜਾਂਦਾ, ਆਪਣਾ ਬੰਦਾ ਲਾ ਕੇ ਨਾਲ ਦੀ ਨਾਲ ਕਹਿਣਾ ਕਿ ਜਿਹੜੇ ਮਜਾਰੇ ਲੋਕ ਸੀਗੇ ਜ਼ਮੀਨਾਂ ਤੇ ਖੇਤੀ ਕਰਦੇ ਸੀ, ਅੱਜ ਤੋਂ ਇਹ ਜ਼ਮੀਨ ਇਹਨਾਂ ਦੀ ਹੋ ਗਈ, ਆ ਜਿਹੜੇ ਜਗੀਰ ਗੁਰਦਾਸ ਸੀ ਅਸੀਂ ਮਾਰਤੇ ਸਾਰੇ। ਅੱਛਾ। ਸਮਰਾ ਸਾਹਿਬ, ਕੱਲ ਨੂੰ ਜਦੋਂ ਮੰਨ ਲਓ ਇੱਕ ਕਿਸੇ ਵੀ ਕਿੱਤੇ ਦੇ ਉੱਤੇ ਆਪਣਾ ਰਾਜ ਸਥਾਪਿਤ ਕਰ ਲੈਂਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ, ਉੱਥੇ ਆਪਣਾ ਬੰਦਾ ਵੀ ਅੱਗੇ ਇੱਕ ਸਿਪਾਹੀ ਮੇਨ ਲਾ ਦਿੰਦੇ ਸੀ ਵੀ ਇਹ ਸਾਰਾ ਕੁਝ ਟੇਕ ਸੂਬੇਦਾਰ ਲਾਉਂਦੇ, ਨਵਾਬ ਬਣਾਉਂਦੇ ਸੀ। ਹਾਂਜੀ ਹਾਂਜੀ। ਫਿਰ ਜਦੋਂ ਕੱਲ ਨੂੰ ਕਿਤੇ ਹੋਰ ਤੇ ਜੇ ਤਾਂ ਹੀ ਹਮਲਾ ਕਰਨਾ ਹੁੰਦਾ ਸੀ, ਫਿਰ ਉਧਰੋਂ ਸਪੋਰਟ ਵੀ ਹੁੰਦੀ ਹੋਊਗੀ? ਬਿਲਕੁਲ ਜੀ, ਉਹ ਫਿਰ ਆਪਣੀ ਇੱਕ ਫੌਜ ਤਿਆਰ ਕਰਦਾ ਸੀ, ਇੱਕ ਫੌਜ ਤਿਆਰ, ਫਿਰ ਆਪਣੀ ਫੌਜ ਦੀ ਟੁਕੜੀ ਸਾਰੇ ਜਿੰਨੇ ਰਾਜਾਂ ਦੇ ਵੀ ਆਪਣਾ ਰਾਜ ਸਥਾਪਿਤ ਕੀਤਾ, ਸੂਬੇਦਾਰ ਲਾਇਆ, ਫਿਰ ਉਹ ਆਪਾਂ ਆਪਣਾ ਯੋਗਦਾਨ ਅਗਲੀ ਜੰਗ 'ਚ ਪਾਉਂਦੇ ਸੀ। ਜਿੱਦਾਂ ਅੱਜ ਕਹਿ ਦਈਏ ਵੀ ਬਿਲਡ ਕਰਦੇ ਸੀਗੇ ਨਾਲ ਆਪਣੀ ਆਰਮੀ, ਕਿਉਂਕਿ ਉਹ ਬੈਕਅਪ ਲਈ ਵੀ, ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਬੰਦਾ ਸਿੰਘ ਬਹਾਦਰ ਜਿੰਨਾ ਚਿਰ ਉਹਨਾਂ ਨੂੰ ਲੱਗਦਾ ਸੀ ਅਸੀਂ ਜਿੱਤਣ ਦੀ ਹਾਲਤ 'ਚ ਨਹੀਂ ਹੈਗੇ, ਉਹ ਲੜਾਈ ਨਹੀਂ ਸੀ ਕਰਦੇ। ਅੱਛਾ। ਸਿੱਟ ਬੈਕ ਐਂਡ ਰਿਲੈਕਸ ਵੀ ਕਰਦੇ ਸੀਗੇ ਵੀ ਪਿੱਛੇ ਹੋ ਜਾਓ, ਕੋਈ ਗੱਲ ਨਹੀਂ। ਜੇ ਲੱਗਿਆ ਕਿ ਲੜਾਈ ਦੇ ਵਿੱਚ ਹੁਣ ਹਾਰ ਹੋਣ ਲੱਗੀ ਆ, ਕੋਈ ਦੂਜੀ ਫੌਜ ਦਾ ਜ਼ੋਰ ਵੱਧ ਗਿਆ, ਕਈ ਵਾਰੀ ਇਵੇਂ ਵੀ ਹੋਇਆ, ਤਾਂ ਨੇੜੇ ਦਾ ਜਿਹੜਾ ਵੀ ਕਿਲਾ ਉਹਨਾਂ ਨੂੰ ਮਿਲਦਾ ਸੀ ਛੋਟਾ ਵੱਡਾ, ਉਹ 'ਚ ਵੜ ਜਾਂਦੇ ਸੀ ਬ੍ਰੇਕ ਲੈਣ ਦੇ ਲਈ। ਤੇ ਫਿਰ ਉਹਨਾਂ ਕੋਲ ਸੀ ਕਿ ਜਿਹੜੀਆਂ ਮੁਗਲ ਫੌਜਾਂ ਸੀ ਰਾਤ ਨੂੰ ਸ਼ਰਾਬ ਪੀ ਕੇ, ਗੋਸ਼ਤ ਖਾ ਕੇ ਸੌਂ ਜਾਂਦੀਆਂ ਸੀ। ਜਿਹੜਾ ਤੁਸੀਂ ਸੁਣਿਆ ਹੋਣਾ ਵੀ ਸਿੰਘਾਂ ਦੇ 12 ਵੱਜ ਗਏ, ਤਾਂ ਸਿੰਘ 12 ਵਜੇ ਉੱਠਦੇ ਸੀ। 12 ਵਜੇ ਉੱਠ ਕੇ ਉਹਨਾਂ ਨੇ ਆਪਣਾ ਇਸ਼ਨਾਨ ਪਾਣੀ ਕਰਕੇ 1-2 ਵਜੇ ਹੱਲਾ ਕਰ ਦੇਣਾ। ਠੀਕ, ਉਹਨਾਂ ਦੇ ਸੰਭਲਣ ਤੋਂ ਪਹਿਲਾਂ ਨਸ਼ੇ 'ਚ ਹੋਣੇ ਉਸ ਸਮੇਂ। ਬਿਲਕੁਲ। ਸੋ ਇਹ ਇੱਕ ਤਰੀਕਾ ਸੀਗਾ ਉਸ ਵੇਲੇ ਦਾ ਜੀ ਉਹਨਾਂ ਦਾ। ਤਾਂ ਸਮਾਣੇ ਤੋਂ ਬਹੁਤ ਵੱਡੀ ਲੁੱਟ ਖੋਹ ਹੋਈ ਜੀ, ਬਹੁਤ, ਕਿਉਂਕਿ ਅਮੀਰ ਸ਼ਹਿਰ ਸੀਗਾ ਉਸ ਵੇਲੇ ਦਾ। ਤੇ ਜਿਹੜੇ ਲੈ ਕੇ ਗਏ ਉਹ ਪੈਸੇ ਆਪਣੇ ਘਰਾਂ ਨੂੰ, ਤਾਂ ਉਹਨਾਂ ਨੇ ਜਾ ਕੇ ਜਦੋਂ ਆਪਣੇ ਪਿੰਡਾਂ 'ਚ ਦੇਖਿਆ ਲੋਕਾਂ ਨੇ ਕਿ ਮੋਹਰਾਂ ਦੀਆਂ ਬੋਰੀਆਂ ਭਰੀ ਫਿਰਦੇ ਆ ਇਹ,
ਮੱਝਾਂ ਗਾਵਾਂ ਜਾਂ ਹੋਰ ਜੋ ਵੀ ਸਮਾਨ ਸੀਗਾ, ਤਾਂ ਪਿੰਡਾਂ 'ਚੋਂ ਹੋਰ ਲੋਕ ਉੱਠ ਕੇ ਤੁਰ ਪਏ। ਇੱਕ ਪਿੰਡਾਂ ਦੇ ਵਿੱਚ ਹੁੰਦਾ ਕਿ ਜਦੋਂ ਕਿਸੇ ਨੂੰ ਆਪਾਂ ਬਹੁਤ ਦੱਬੀ ਜਾਂਦੇ ਆ, ਕੰਪਰੈਸ ਕਰੀ ਜਾਂਦੇ ਆ, ਉਨੀ ਫੋਰਸ ਨਾਲ ਲੋਕ ਉੱਠਦੇ ਆ। ਬਿਲਕੁਲ। ਉਹ ਦਬਲੇ ਕੁਚਲੇ ਲੋਕ, ਉਹਨਾਂ ਨੂੰ ਪਤਾ ਲੱਗਿਆ ਕਿ ਸਮਾਣੇ ਦੇ ਵਿੱਚ ਤਾਂ ਮਜਾਰਿਆਂ ਨੂੰ ਜੰਗੀਰਦਾਰ ਬਣਾਤਾ। ਉਹ ਤਾਂ ਕਹਿੰਦੇ ਸਾਡੇ ਇਲਾਕੇ 'ਚ ਬਾਬਾ ਬੰਦਾ ਸਿੰਘ ਬਹਾਦਰ ਕਦੋਂ ਆਊਗਾ? ਤਾਂ ਨੌਜਵਾਨ ਮੁੰਡੇ ਜਿਨ੍ਹਾਂ ਦੇ ਵਿੱਚ ਪਹਿਲਾਂ ਵੀ ਅਣਖ ਦੇ ਬੀਜ ਸੀਗੇ ਪੰਜਾਬੀ ਹੋਣ ਕਰਕੇ, ਉਹ ਵੀ ਉੱਠ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੁਰੇ ਜੀ। ਤਾਂ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਛ ਦਿਨ ਸਮਾਣੇ ਦੀ ਜਿੱਤ ਤੋਂ ਬਾਅਦ ਉੱਚੇ ਟਿੱਬੇ ਤੇ, ਇੱਕ ਉਹਨਾਂ ਦੀ ਇਹ ਹਮੇਸ਼ਾ ਰਹੀ ਆ ਕਿ ਉੱਚੀ ਥਾਂ ਤੇ ਬਹਿੰਦੇ ਸੀਗੇ, ਜਿੱਥੇ ਵੀ ਬਹਿੰਦੇ ਸੀ, ਰੁਕਣਾ ਰਾਤ ਦਾ, ਜਿੱਥੇ ਪੜਾਅ ਨੀਤੀ ਸੀਗੀ ਜੰਗ ਦੀ। ਉੱਥੋਂ ਵਿਜ਼ੀਬਲ ਹੋਣਾ ਸਾਰਾ ਕੁਝ। ਹੁਣ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਕੁੰਜਪੁਰੇ ਤੋਂ ਅੱਗੇ ਸਮਾਣਾ ਬਹੁਤ ਵੱਡਾ ਰਾਜ, ਜਿਹੜਾ ਜਿੱਥੇ ਆਪਣਾ ਕੈਂਪ ਕੀਤਾ ਹਨਾ, ਲੁੱਟਿਆ, ਵੱਡਾ ਸ਼ਹਿਰ ਸੀਗਾ ਉਸ ਸਮੇਂ ਦੀ ਵੱਡੀ। ਤੇ ਉਸ ਤੋਂ ਅੱਗੇ ਦੀ ਫਿਰ ਕਿੱਧਰ ਨੂੰ ਚਾਲੇ ਪਾਏ? ਅੱਗੇ ਦੀ ਵੀ ਪਲੈਨਿੰਗ ਸੀਗੀ ਵੀ ਇਸ ਤੋਂ ਬਾਅਦ ਅੱਗੇ ਕਿੱਧਰ ਨੂੰ ਜਾਣਾ ਹੋਣਾ? ਬਿਲਕੁਲ ਜੀ। ਗਿਆਨੀ ਗਿਆਨ ਸਿੰਘ ਨੇ ਨਾ 2-3 ਗੱਲਾਂ ਆਪਣੇ ਲਿਖਤ ਦੇ ਵਿੱਚ ਬੜੀਆਂ ਪਿਆਰੀਆਂ ਲਿਖੀਆਂ ਕਿ ਇੱਕ ਤਾਂ ਗਰੀਬਾਂ ਨੂੰ ਬਖਸ਼ ਦਿੰਦਾ ਸੀ ਬਾਬਾ ਬੰਦਾ ਸਿੰਘ ਬਹਾਦਰ। ਕਹਿੰਦਾ ਸੀ ਵੀ ਕਿਸੇ ਗਰੀਬ ਨੂੰ ਨਹੀਂ ਮਾਰਨਾ, ਕਿਸੇ ਬੱਚੇ ਨੂੰ ਨਹੀਂ ਮਾਰਨਾ, ਕਿਸੇ ਔਰਤ ਨਾਲ ਬਦਤਮੀਜ਼ੀ ਨਹੀਂ ਕਰਨੀ, ਕਿਸੇ ਵੀ, ਚਾਹੇ ਉਹ ਬੰਦੇ ਲੁਟੇਰੇ ਹੀ ਹੋਣ। ਕਿਸੇ ਔਰਤ ਦੇ ਪਾਇਆ ਗਹਿਣਾ ਨਹੀਂ ਲਾਉਣਾ, ਜਿਹੜਾ ਉਹਦੇ ਸਰੀਰ ਤੇ ਪਾਇਆ ਹੋਇਆ ਗਹਿਣਾ ਉਹ ਨਹੀਂ ਲਾਉਣਾ। ਇਹ ਅਸੂਲ ਬਣਾਏ ਹੋਏ ਸੀ ਉਹਨਾਂ ਨੇ। ਤੇ ਜਦੋਂ ਆਪਾਂ ਐਂਡ ਤੇ ਜਾ ਕੇ ਬਾਬਾ ਬੰਦਾ ਸਿੰਘ ਦੀ ਕਹਾਣੀ ਦੇ ਅਖੀਰ ਤੇ ਇਹ ਗੱਲ ਆਊਗੀ ਕਿ ਜਦੋਂ ਉਹਦੇ ਬੱਚੇ ਨੂੰ ਲਿਆ ਕੇ 4 ਸਾਲ ਦੇ ਅਜੇ ਸਿੰਘ ਨੂੰ ਉਹਦੀ ਗੋਦ 'ਚ ਬਿਠਾਇਆ, ਨਾਲ ਛੁਰਾ ਦੇ ਦਿੱਤਾ ਕਿ ਇਹਦਾ ਛੁਰਾ ਮਾਰ ਕੇ ਇਹਦਾ ਕਾਲਜਾ ਕੱਢ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਬਾਦਸ਼ਾਹ ਫਰਖਸ਼ੀਰ, ਜੇ ਬੱਚਾ ਤੇਰਾ ਵੀ ਹੁੰਦਾ ਤੇ ਤੂੰ ਮੈਨੂੰ ਛੁਰਾ ਵੀ ਫੜਾ ਦਿੰਦਾ, ਕਾਲਜਾ ਬੱਚੇ ਦਾ ਤਾਂ ਮੈਂ ਤਾਂ ਵੀ ਨਹੀਂ ਸੀ ਕੱਢਣਾ। ਬੱਚੇ ਤੇ ਹੱਥ ਚੁੱਕਣਾ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਨਹੀਂ। ਸੋ ਕੁਛ ਗੱਲਾਂ ਨੇ ਜਿਹੜੀਆਂ ਜੀ, ਉਹ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਦੇ ਲਾਗੇ ਕਥੇ ਤੇ ਟਿੱਬੇ ਤੇ ਬਹਿ ਗਏ ਤੇ ਉਹਨਾਂ ਨੂੰ ਕਿਹਾ ਤੁਸੀਂ ਮਾਲ ਸਬਾਬ ਜਿਹੜਾ ਲੁੱਟਿਆ ਜਾਓ ਆਪਣੇ ਪਿੰਡਾਂ ਨੂੰ, ਉਹ ਰੱਖ ਕੇ ਵਾਪਸ ਆ ਜਾਓ, 2-4 ਦਿਨ ਦੀ ਬ੍ਰੇਕ ਲੈ ਲਓ। ਉਹਨੇ ਚਿਰ ਦੇ ਵਿੱਚ ਉੱਥੇ ਰਾਜ ਸਥਾਪਿਤ ਕੀਤਾ। ਲੋਕਾਂ ਨੂੰ ਕਿਹਾ ਕਿ ਜ਼ਮੀਨ ਅੱਜ ਤੋਂ ਤੁਹਾਡੀ ਹੋ ਗਈ ਆ, ਤੁਸੀਂ ਕਿਸੇ ਨੂੰ ਠੇਕਾ ਨਹੀਂ ਦੇਣਾ, ਕਿਸੇ ਨੂੰ ਤੁਸੀਂ ਜਿਹੜੀ ਹੈਗੀ ਆ ਝੱਟੀ ਨਹੀਂ ਭਰਨੀ ਕਿਸੇ ਦੀ। ਉੱਥੇ ਕਹਿੰਦੇ ਵੀ ਜਦੋਂ ਉੱਥੋਂ ਤੁਰਨਾ ਸੀ ਅਗਲੀ ਮੁਹਿੰਮ ਤੇ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਬਾਦਸ਼ਾਹਾਂ ਵਾਲੇ ਕੱਪੜੇ ਪਾਏ ਉੱਥੋਂ ਸਮਾਣੇ ਤੋਂ। ਹਾਂਜੀ। ਤੇ ਉਹਨਾਂ ਨੇ ਪੂਰੇ ਜਿਹੜੇ ਸ਼ਸਤਰ ਬਸਤਰ ਸਜਾਏ ਇੱਕ ਰਾਜੇ ਵਾਂਗੂ। ਉਸ ਤੋਂ ਪਹਿਲਾਂ ਉਹ ਜੰਗੀ ਬੇਇੱਜ਼ਤੀ ਦਿੰਦੇ ਸੀ? ਹਾਂ, ਜਰਨੈਲ ਸੀਗੇ। ਤਾਂ ਹੁਣ ਉਹਨਾਂ ਨੇ ਇੱਕ ਵੱਡਾ ਪਰਗਣਾ ਜਿੱਤ ਲਿਆ ਸੀਗਾ, ਇਸ ਕਰਕੇ ਉਹਨਾਂ ਨੇ ਆਪਣੀ ਦਿੱਖ ਦੇ ਵਿੱਚ ਵੀ ਥੋੜੀ ਚੇਂਜ ਲੈ ਕੇ ਆਂਦੀ ਆ। ਤੇ ਉੱਚੇ ਟਿੱਲੇ ਤੋਂ ਜਦੋਂ ਬਹੁਤ ਸਾਰੀ ਫੌਜ ਇਕੱਠੀ ਹੋ ਗਈ, ਹੁਣ ਇੱਕੋ ਤੋਪ ਮਿਲ ਗਈ ਸੀਗੀ, ਜਿਹੜੀ 2 ਤੋਪਾਂ ਲੈ ਕੇ ਆਏ ਸੀ ਵਜੀਦ ਖਾਨ, ਕੁੰਜਪੁਰੇ ਨੂੰ ਭੇਜੀਆਂ ਸੀ। ਕਾਫੀ ਘੋੜੇ, ਹਥਿਆਰ, ਸ਼ਸਤਰ ਬਸਤਰ ਸਮਾਣੇ ਤੋਂ ਬਹੁਤ ਕੁਝ ਮਿਲ ਗਿਆ ਉਹਨਾਂ ਨੂੰ, ਜਿਹੜਾ ਅਸਲਾ, ਤੋਪਾਂ, ਜੋ ਜੰਗੀ ਸਮਾਨ ਸਮਾਣੇ ਤੋਂ ਬਹੁਤ ਮਿਲ ਗਿਆ। ਸੋ ਹੁਣ ਇੱਕ ਫੌਜ ਦੀ ਸ਼ੇਪ ਬਣਨੀ ਸ਼ੁਰੂ ਹੋ ਗਈ ਜੀ। ਉਹ ਤੋਂ ਅੱਗੇ ਛੋਟੀਆਂ ਲੜਾਈਆਂ ਦਾ ਜਿਹੜਾ ਜ਼ਿਕਰ ਹੈ ਜੀ, ਕੈਂਥਲ ਦੇ ਵਿੱਚ ਹਿੰਦੂ ਹਾਕਮ ਸੀਗਾ ਉਦੋਂ। ਜਿਹੜਾ ਹਾਕਮ ਸੀ ਉਹ ਹਿੰਦੂ ਸੀਗੇ, ਬਿਲਕੁਲ। ਹਾਂਜੀ, ਹੈਗੇ ਸੀ। ਜਿਵੇਂ ਕਿ 22 ਧਾਰ ਦੇ ਰਾਜੇ ਸੀ, ਜਿਹੜੇ 22 ਧਾਰ ਦੇ ਰਾਜੇ ਆ ਉਹ ਸਾਰੇ ਹਿੰਦੂ ਸੀ, ਹੈ। ਸੋ ਕੈਂਥਲ ਦੇ ਹਿੰਦੂ ਹਾਕਮ ਨੂੰ ਬਖਸ਼ਤਾ ਤੇ ਉਹਨੂੰ ਕਹਿ ਕੇ ਪਰਜਾ ਦੇ ਨੂੰ ਦੁੱਖ ਨਾ ਦੇਈ, ਤੈਨੂੰ ਅਸੀਂ ਕੁਛ ਨਹੀਂ ਕਹਿੰਦੇ। ਇੱਕ ਗੱਲ ਇਹ ਵੀ ਇਤਿਹਾਸ ਦੇ ਵਿੱਚ ਦਿਸਦੀ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਹਿੰਦੂਆਂ ਨਾਲ ਥੋੜਾ ਜਿਹਾ ਸੌਫਟ ਕਾਰਨਰ ਰੱਖਦਾ ਸੀ, ਕਿਉਂਕਿ ਉਦੋਂ ਜ਼ੁਲਮ ਸਹਿ ਰਹੀ ਸੀ, ਕਿਉਂਕਿ ਉਹ ਸਹਿ ਰਹੀ ਸੀ, ਪੀੜਤ ਤੇ ਧਿਰ ਸੀਗੀ। ਕਿਉਂਕਿ ਅੱਜ ਸਿੱਖਾਂ 'ਚ ਸ਼ਾਇਦ ਉਦੋਂ ਵੱਖਰੀਆਂ ਗੱਲਾਂ ਚੱਲ ਪਈਆਂ, ਜਦੋਂ ਗੁਰੂ ਤੇਗ ਬਹਾਦਰ ਜੀ ਨੇ ਵੀ ਹਿੰਦੂਆਂ ਦੇ ਧਰਮ ਦੇ ਲਈ ਬਲੀਦਾਨ ਦਿੱਤਾ, ਭਾਵੇਂ ਕਿ ਗੁਰੂ ਸਾਹਿਬ ਕਹਿੰਦੇ ਸੀ ਕਿ ਧਰਮ ਲਈ ਬਲੀਦਾਨ ਦੇ ਰਹੇ ਹਾਂ, ਹਿੰਦੂ ਦੀ ਗੱਲ ਨਹੀਂ ਹੈਗੀ। ਜੇ ਅੱਜ ਮੁਸਲਮਾਨਾਂ ਨੂੰ ਧੱਕਾ ਹੁੰਦਾ ਤਾਂ ਅਸੀਂ ਉਹਨਾਂ ਨਾਲ ਵੀ ਖੜਨਾ ਸੀ। ਕਿਉਂਕਿ ਗੁਰਬਾਣੀ ਦੇ ਵਿੱਚ ਵੀ, ਗੁਰਬਾਣੀ ਦਾ ਕਥਨ ਹੈ ਜੀ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ। ਹੁਣ ਇਹਦੇ ਅਰਥ ਜੇ ਤੁਸੀਂ ਪੜ੍ਹੋ ਨਾ, ਕਈ ਵਾਰੀ ਕਨਫਿਊਜ਼ਨ ਹੁੰਦਾ, ਕਈ ਅਰਥ ਇਹੋ ਜਿਹੇ ਆ। ਸੂਰਾ ਸੋ ਪਹਿਚਾਨੀਏ, ਸੂਰਮਾ ਉਹ ਆ ਜੋ ਲੜੇ ਦੀਨ ਕੇ ਹੇਤ। ਦੀਨ ਧਰਮ ਨੂੰ ਵੀ ਕਹਿੰਦੇ ਆ, ਦੀਨ ਗਰੀਬ ਨੂੰ ਵੀ ਕਹਿੰਦੇ ਆ, ਦੀਨ ਦੁਖੀਆਂ ਦੇ ਲਈ ਕੰਮ ਕਰਨਾ। ਹੁਣ ਇਹਨੂੰ ਤੁਸੀਂ ਦੇਖਣਾ ਵੀ ਤੁਸੀਂ ਇਹਦੇ ਕਿਹੜੇ ਭਾਵ ਕੱਢਣੇ ਆ, ਵੀ ਜਾਂ ਧਰਮ ਹੇਤ ਲੜਨ ਵਾਲਾ ਸੂਰਮਾ ਹੁੰਦਾ ਜਾਂ ਗਰੀਬਾਂ ਲਈ ਲੜਨ ਵਾਲਾ ਸੂਰਮਾ ਹੁੰਦਾ। ਮਤਲਬ ਕਿ ਕਿਸੇ ਐਸ਼ ਪ੍ਰਸਤੀ ਲਈ, ਕੋਈ ਟੁਕੜੇ ਦੀ, ਕੋਈ ਔਰਤ ਨਹੀਂ ਲੜਨ ਵਾਲਾ ਸੂਰਮਾ। ਬਿਲਕੁਲ ਬਿਲਕੁਲ ਜੀ। ਉੱਥੋਂ ਕੈਂਥਲ ਤੋਂ ਬਾਅਦ ਜੀ ਅਗਲਾ ਜਿਹੜਾ ਸੀਗਾ ਠਸਕੇ ਤੇ ਹਮਲਾ ਸੀਗਾ ਉਹਨਾਂ ਦਾ। ਠਸਕਾ ਪਿੰਡ ਸੀਗਾ, ਕਾਫੀ ਵੱਡਾ ਪਿੰਡ, ਮਸ਼ਹੂਰ ਪਿੰਡ ਸੀ। ਜਾਫਰ ਬੇਗ ਉੱਥੋਂ ਦਾ ਮੁਖੀਆ ਸੀ, ਜਾਂ ਉਹਨੂੰ ਗਵਰਨਰ ਕਹਿ ਲਓ, ਉਸ ਪਿੰਡ ਦਾ ਕਰਤਾ ਧਰਤਾ।
ਕਹਿੰਦੇ ਜਾਫਰ ਬੇਗ ਮੂੰਹ 'ਚ ਤੀਲਾ ਪਾ ਕੇ, ਘਾਹ ਪਾ ਕੇ ਮੂੰਹ 'ਚ, ਬਾਬਾ ਬੰਦਾ ਸਿੰਘ ਬਹਾਦਰ ਦੇ ਪਹਿਲੇ ਪੇਸ਼ ਹੋ ਗਿਆ ਆ ਕੇ। ਘਾਹ ਕਿਉਂ ਪਾ ਕੇ? ਇਹ ਰਵਾਇਤ ਰਹੀ ਹੈ ਜੀ। ਇਹ 3 ਤਰੀਕੇ ਸੀਗੇ ਵੀ ਮੈਂ ਤੇਰੀ ਈਨ ਮੰਨ ਲਈ, ਮੈਨੂੰ ਮਾਰੀ ਨਾ। ਉਹਦੇ ਵਿੱਚ ਪਹਿਲਾ ਤਰੀਕਾ ਸੀਗਾ ਵੀ ਚਿੱਟਾ ਝੰਡਾ ਲੈ ਕੇ ਯੁੱਧ ਦੇ ਮੈਦਾਨ 'ਚ ਬੰਦਾ ਆ ਜਾਵੇ। ਅੱਛਾ, ਚਿੱਟਾ ਫਿਰ ਅਗਲੇ ਵਾਰ ਨਹੀਂ ਕਰਨਾ, ਫਿਰ ਉਹ ਵਾਰ ਨਹੀਂ ਕਰਨਾ। ਉਹ ਕਹਿੰਦੇ ਵੀ ਬਸ ਇਹਨੇ ਸਿਲੰਡਰ ਕਰ ਦਿੱਤਾ, ਇਹਨੇ ਆਪਣੀ ਈਨ ਮੰਨ ਲਈ ਆ। ਚਲਦੀ ਜੰਗ ਦੀ ਵੀ ਚਲਦੀ ਜੰਗ, ਜਦੋਂ ਚਿੱਟਾ ਝੰਡਾ ਆ ਗਿਆ ਤਾਂ ਡਨ। ਠੀਕ ਹੈ। ਦੂਜਾ ਸੀਗਾ ਹਿੰਦੂਆਂ ਦੇ ਵਿੱਚ ਸੀਗਾ ਕਿ ਬੋਦੀ ਫੜ ਕੇ ਆ ਜਾਵੇ, ਤੇ ਸਿਰ ਤੇ ਬੋਦੀ ਰੱਖੀ ਹੁੰਦੀ ਹੈ, ਬੋਦੀ ਨੂੰ ਆਪਦੇ ਹੱਥੇ ਫੜ ਕੇ ਜੰਗ 'ਚ ਆ ਜਾਵੇ ਬੰਦਾ। ਅੱਛਾ। ਵਿਰੋਧੀ ਬਾਦਸ਼ਾਹ ਜਿਹੜਾ ਜੋ ਗਵਰਨਰ ਹੈ, ਤਾਂ ਜੰਗ ਰੁਕ ਜਾਂਦੀ ਸੀ, ਕਹਿੰਦੇ ਨੇ ਈਨ ਮੰਨ ਲਈ। ਅੱਛਾ। ਤੇ ਹੁਣ ਮੁਸਲਮਾਨਾਂ ਦੇ ਲਈ ਉਹ ਬੋਦੀ ਰੱਖਦੇ ਨਹੀਂ ਸੀ। ਉਹਨਾਂ ਨੇ ਰੱਖਿਆ ਸੀਗਾ ਵੀ ਮੈਂ ਤੇਰਾ ਗੁਲਾਮ ਆ, ਘਾਹ ਦੇ ਤੀਲੇ ਮੂੰਹ 'ਚ ਪਾ ਕੇ ਪੇਸ਼ ਹੋ ਜਾਵੇ। ਅੱਛਾ। ਮੈਂ ਕਿਤੇ ਹੋਰ ਇਤਿਹਾਸ 'ਚ ਪੜ੍ਹਿਆ ਸੀਗਾ ਕਿ ਜਦੋਂ ਹਿੰਦੂ ਯੂਨੀਵਰਸਿਟੀ ਦੀ ਨਿਉਂ ਰੱਖੀ ਆ, ਤਾਂ ਜਿਹੜਾ ਇੰਗਲੈਂਡ ਤੋਂ ਬਾਦਸ਼ਾਹ ਗਿਆ ਸੀ, ਤਾਂ ਉਹਦੇ ਪੇਸ਼ ਜਦੋਂ ਵੱਡੇ ਵੱਡੇ ਰਾਜੇ ਮਹਾਰਾਜੇ, ਜਿਨ੍ਹਾਂ ਦੇ ਵਿੱਚ ਕੈਂਥਲ, ਜੀਂਦ, ਮਹਾਰਾਜਾ ਪਟਿਆਲਾ ਜਾਂ ਹੋਰ ਇਹ ਰਾਜ ਸੀ, ਉਹ ਆਪਦੇ ਵੱਲੋਂ ਥਾਲ ਲੈ ਕੇ ਜਾਂਦੇ ਸੀਗੇ ਭਰਿਆ ਹੋਇਆ ਸੋਨੇ ਚਾਂਦੀ ਦਾ, ਪੇਸ਼ ਕਰਦੇ ਸੀਗੇ, ਤਾਂ ਨਾਲ ਮੂੰਹ 'ਚ ਤੀਲਾ ਵੀ ਪਾ ਕੇ ਜਾਂਦੇ ਸੀ। ਅੱਛਾ। ਬਈ ਅਸੀਂ ਤੇਰੇ ਅਧੀਨ ਆ, ਅਸੀਂ ਤੇਰੇ ਅਧੀਨ ਆ। ਸੋ ਠਸਕੇ ਦਾ ਜਾਫਰ ਬੇਗ ਮੂੰਹ 'ਚ ਤੀਲਾ ਪਾ ਕੇ ਆ ਗਿਆ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੂੰ ਬਖਸ਼ਤਾ। ਤੇ ਇੱਥੇ ਹੀ ਉਹਨਾਂ ਨੇ ਇੱਕ ਹੋਰ ਜੰਗ ਜਿੱਤੀ, ਜਿਹਦਾ ਕਿ ਉਹਨਾਂ ਦੀ ਲੜਾਈ ਦੇ ਵਿੱਚ ਬਹੁਤ ਵੱਡਾ ਪਾਰਟ ਰਿਹਾ ਜੀ। ਕਿਸੇ ਪਰਗਣੇ ਦਾ ਖਜ਼ਾਨਾ ਦਿੱਲੀ ਨੂੰ ਜਾ ਰਿਹਾ ਸੀ। ਜਿਹੜੇ ਹਾਕਮ ਸੀ ਉਹਨਾਂ ਨੂੰ ਜਦੋਂ 2-4 ਇਹੋ ਜਿਹੀਆਂ ਲੜਾਈਆਂ ਦੇਖ ਲਈਆਂ, ਉਹ ਕਹਿੰਦੇ ਵੀ ਜਿਹੜਾ ਪੈਸਾ ਧੇਲਾ ਉਹ ਬਾਦਸ਼ਾਹ ਨੂੰ ਭੇਜ ਦਿਓ, ਜੇ ਲੁੱਟਿਆ ਗਿਆ ਉਧਰੋਂ ਫਿਰ ਬਾਦਸ਼ਾਹ ਤੰਗ ਕਰੂਗਾ ਵੀ ਮਾਮਲਾ ਭੇਜੋ, ਤੇ ਆਪਾਂ ਦੇਵਾਂਗੇ ਕਿੱਥੋਂ ਜੀ। ਸੋ ਉਹਨਾਂ ਨੇ ਫੌਜ ਦੀ ਇੱਕ ਟੁਕੜੀ ਲਾ ਕੇ ਖਜ਼ਾਨਾ ਦਿੱਲੀ ਨੂੰ ਜਾ ਰਿਹਾ, ਬਾਬਾ ਬੰਦਾ ਸਿੰਘ ਬਹਾਦਰ ਨੇ ਰਸਤੇ ਦੇ ਵਿੱਚ ਉਹ ਵੀ ਹੱਥ ਫੇਰਤਾ ਉਹਦੇ ਤੇ ਵੀ। ਸੋ ਉਹਦੇ ਨਾਲ ਬਹੁਤ ਜਿਹੜੀ ਹੈਗੀ ਆ ਮਾਇਕ ਸਹਾਇਤਾ ਹੋ ਗਈ ਵੱਡੀ ਫੌਜ ਇਕੱਠੀ ਕਰਨ ਲਈ। ਉਹਦੀ ਤਾਂ ਸਭ ਤੋਂ ਵੱਧ ਲੋੜ ਹੁੰਦੀ ਹੈ। ਯੁੱਧ ਹੋਏ ਜਿਹੜੇ ਵੀ ਸਮੇਂ ਚੱਲਦਾ ਰਿਹਾ, ਉਹਦੇ ਲਈ ਮਾਇਆ ਦੀ ਲੋੜ ਤੇ ਪੈਂਦੀ ਰਹੀ ਹੈ। ਬਿਲਕੁਲ ਜੀ। ਹੁਣ ਦੂਸਰੇ ਪਾਸੇ ਆਪਾਂ ਦੇਖੀਏ ਲੜਾਈ ਦੇ ਵਿੱਚ ਦੂਸਰੇ ਪਾਸੇ ਕੀ ਹੁੰਦਾ। ਵਜੀਦ ਖਾਨ ਨੂੰ ਇਹ ਖਬਰਾਂ ਮਿਲਦੀਆਂ ਨੇ ਕਿ ਸਮਾਣਾ ਢਾਤਾ, ਸਮਾਣਾ ਲੁੱਟਿਆ ਗਿਆ, ਸਮਾਣੇ ਦਾ ਪਰਗਣਾ ਮੇਰੇ ਹੱਥੋਂ ਨਿਕਲ ਗਿਆ। ਮੈਂ ਤੁਹਾਨੂੰ ਪੁੱਛਣਾ ਹੀ ਸੀਗਾ, ਇਹ ਮੇਰਾ ਸਵਾਲ ਹੀ ਮੈਂ ਕਰਨ ਲੱਗਾ ਸੀ, ਮੇਰੇ ਦਿਮਾਗ 'ਚ ਆਉਂਦੀ ਸੀ ਗੱਲ ਵੀ ਜਿਵੇਂ ਉਹ ਕੁੰਜਪੁਰਾ ਢਾਇਆ, ਪਹਿਲਾਂ ਕੁੰਜਪੁਰਾ ਲੁੱਟਿਆ, ਖਬਰ ਪਹੁੰਚੀ ਹੋਊਗੀ, ਫਿਰ ਸਮਾਣੇ ਕੋਈ ਇਦਾਂ ਤਾਂ ਹੈ ਨਹੀਂ ਰਾਤੋਂ ਰਾਤ ਕੰਮ ਹੋ ਗਿਆ, ਲੰਮਾ ਸਮਾਂ ਉੱਥੇ ਰੁਕੇ ਵੀ, ਗੱਲ ਤਾਂ ਵੀ ਵਜ਼ੀਰ ਖਾਨ ਨੂੰ ਪਹੁੰਚੀ ਹੋਊਗੀ। ਉਸ ਤੋਂ ਅੱਗੇ ਇਹ ਕੈਂਥਲ ਵਾਲ ਆਏ ਜਾਂ ਠਸਕੇ ਜਾਂ ਹੋਰ ਥਾਵਾਂ ਤੇ ਆਉਂਦੇ ਰਹੇ ਅੱਗੇ ਗੱਲਬਾਤ ਤੇ ਵਜ਼ੀਰ ਖਾਨ ਕੋਲ ਪਹੁੰਚਦੀ ਹੋਊਗੀ। ਉਸ ਸਮੇਂ ਉਹਦੀ ਕੀ ਸਥਿਤੀ ਰਹਿੰਦੀ ਹੋਊਗੀ, ਕੀ ਹਲਚਲ ਕਰਦਾ ਹੋਊਗਾ? ਕਿਸੇ ਨਾ ਕਿਸੇ ਬੰਦੇ ਤੇ ਬੰਦਾ ਜ਼ੋਰ ਲਾਉਂਦਾ ਹੀ, ਵੱਡਾ ਰਾਜਾ ਉਸ ਸਮੇਂ ਦਾ ਵੀ। ਸੋ ਕਿਉਂਕਿ ਸਰਹੰਦ ਸਭ ਤੋਂ ਵੱਡੀ ਰਾਜ ਸੀਗਾ ਹਿੰਦੁਸਤਾਨ ਦਾ। ਅੱਛਾ। ਜਦੋਂ ਅਸੀਂ ਉਹਦਾ ਨਾਂ ਲੈਂਦੇ ਉਹਨੂੰ ਕਹਿੰਦੇ ਆ ਵੀ ਸਰਹੰਦ, ਹਿੰਦੁਸਤਾਨ ਦਾ ਸਿਰ ਸੀ ਉਹ। ਦਿੱਲੀ ਨੂੰ ਵੀ ਵੱਡਾ ਸੀਗਾ? ਦਿੱਲੀ ਤਾਂ ਪੂਰੇ ਹਿੰਦੁਸਤਾਨ ਦੀ ਰਾਜਧਾਨੀ ਆ। ਅੱਛਾ। ਇਹ ਪੰਜਾਬ ਦਾ ਕਹਿ ਲਓ ਗੇਟਵੇ ਸੀਗਾ। ਅੱਛਾ, ਸਰਹੰਦ। ਤੇ ਜਿੰਨੇ ਹਮਲਾਵਰ ਵੀ ਆਉਂਦੇ ਸੀ ਅਫਗਾਨਿਸਤਾਨ ਵੱਲੋਂ, ਉਹ ਸਭ ਤੋਂ ਪਹਿਲਾਂ ਸਰਹੰਦ ਨੂੰ ਹੀ ਲੁੱਟਦੇ ਸੀ। ਅੱਛਾ। ਇਸ ਕਰਕੇ ਇਹਨੂੰ ਮਜ਼ਬੂਤ ਸੂਬਾ ਗਿਣਿਆ ਜਾਂਦਾ ਸੀ। ਤੇ ਬਹੁਤ ਵੱਡਾ ਕਿਲਾ ਸੀਗਾ, ਪੂਰੇ ਸ਼ਹਿਰ ਦੇ ਆਲੇ ਦੁਆਲੇ ਕੋਟ ਬਣਿਆ ਹੋਇਆ ਸੀ, ਜਿਹਨੂੰ ਅਸੀਂ ਕਹਿੰਦੇ ਆ ਠੰਡਾ ਬੁਰਜ। ਇਹੋ ਜਿਹੇ 8 ਬੁਰਜ ਹੋਰ ਸੀ। ਅੱਛਾ। ਠੰਡਾ ਬੁਰਜ ਉਹਨੇ ਰੱਖਿਆ ਸੀ, ਕੋਲੇ ਨਦੀ ਜਾਂਦੀ ਸੀ, ਨਦੀ ਦਾ ਪਾਣੀ ਲੈ ਕੇ ਉਹਦੇ ਵਿੱਚ ਏਸੀ ਸਿਸਟਮ ਬਣਾਇਆ ਹੋਇਆ ਸੀ, ਪਾਣੀ ਘੁਮਾਇਆ ਹੋਇਆ ਸੀਗਾ। ਗਰਮੀਆਂ ਦੇ ਵਿੱਚ ਵਜੀਦ ਖਾਨ ਉੱਥੇ ਰਹਿੰਦਾ ਸੀ, ਠੰਡੇ ਬੁਰਜ ਦੇ ਵਿੱਚ ਠੰਡੀ ਹਵਾ ਆਉਂਦੀ ਸੀ। ਸੋ ਵਜੀਦ ਖਾਨ ਜਦੋਂ ਇਹ ਗੱਲਾਂ ਦਾ ਪਤਾ ਲੱਗ ਰਿਹਾ ਹੁਣ ਨਾਲ ਦੀ ਨਾਲ ਕਿ ਬੰਦਾ ਸਿੰਘ ਬਹਾਦਰ ਨੇ ਮਾਲਵੇ ਦੇ ਲੋਕਾਂ ਨੂੰ ਪਿੱਛੇ ਲਾ ਲਿਆ, ਮਾਲਵੇ ਦੇ ਸਿੱਖ ਆ ਜਿਹੜੇ ਉਹ ਇਹਦੇ ਨਾਲ ਰਲ ਗਏ ਆ, ਹੁਣ ਇਹਨੇ ਫੌਜ ਬਣਾ ਲਈ, 1-2 ਪਰਗਣੇ ਮੇਰੇ ਹੱਥੋਂ ਨਿਕਲ ਗਏ ਕਿ ਮੈਂ ਇਹਨੂੰ ਨੱਥ ਪਾਵਾਂ, ਮੈਂ ਆਪਦੇ ਵੱਲੋਂ ਕੁਛ ਨਾ ਕੁਛ ਕਰਾਂ। ਹੁਣ ਜਿਹੜੀ ਫੌਜ ਕੁੰਜਪੁਰੇ ਗਈ ਸੀ ਉਹ ਵੀ ਵਾਪਸ ਆ ਗਈ ਪੱਟੀਆਂ ਪੁੱਟੀਆਂ ਬੰਨ੍ਹ ਕੇ। ਤੇ ਉਦੋਂ ਨੂੰ ਪਤਾ ਲੱਗਿਆ ਕਿ ਸਮਾਣਾ ਵੀ ਸਾਡੇ ਹੱਥੋਂ ਚਲਿਆ ਗਿਆ। ਫਿਰ ਪਤਾ ਲੱਗਿਆ ਦਿੱਲੀ ਨੂੰ ਜਾਂਦਾ ਖਜ਼ਾਨਾ ਵੀ ਲੁੱਟ ਲਿਆ। ਹੁਣ ਵਜੀਦ ਖਾਨ ਕੀ ਕਰਦਾ, ਕਹਿੰਦਾ ਵੀ ਉੱਥੇ 2 ਭਰਾ ਨੇ ਜੀ, ਆਲੀ ਸਿੰਘ ਤੇ ਮਾਲੀ ਸਿੰਘ ਉਹਨਾਂ ਦੇ ਨਾਂ ਨੇ। ਕਿਹੜੀ ਜਗ੍ਹਾ? ਸਰਹੰਦ ਦੇ ਵਿੱਚ। ਅੱਛਾ। ਉਹ ਫੌਜ ਦੇ ਵਿੱਚ ਨੇ, ਵਜੀਦ ਖਾਨ ਦੀ ਫੌਜ ਦੇ ਵਿੱਚ ਸਿੱਖ ਬੰਦੇ ਆ। ਅੱਛਾ। ਸਿੱਖ ਸੀਗੇ? ਸਿੱਖ ਸੀਗੇ, ਉਹ ਸੀਗੇ, ਹਮੇਸ਼ਾ ਹੁੰਦੇ ਸੀ ਮਿਲਵਰਤਣੀਏ ਸਿੱਖ।
ਵੀ ਜਿਨ੍ਹਾਂ ਨੂੰ ਅਲਾਓ ਸੀਗਾ ਕੀਤਾ ਹੋਇਆ ਪੰਥ ਵੱਲੋਂ ਵੀ ਜੇ ਕਿਤੇ ਨੌਕਰੀ ਮਿਲਦੀ ਹੈ ਕਰ ਲਓ। ਅੱਛਾ ਠੀਕ, ਜਿਵੇਂ ਅਸੀਂ ਪਹਿਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਮਿਲ ਵਰਤਣੀ ਅਸੀਂ ਹੁੰਦੇ ਸੀਗੇ ਵੀ ਕਿਉਂ ਬਾਹਰ ਕਿਉਂ ਰਹਿਣਾ, ਅੰਦਰ ਰਹਿ ਕੇ ਸਗੋਂ ਕੰਮਕਾਰ ਕਰੋ। ਹੁਣ ਵਜੀਦ ਖਾਂ ਉਹਨਾਂ ਨੂੰ ਸੱਦਦਾ, ਕਹਿੰਦਾ ਵੀ ਤੁਹਾਡੇ ਗੁਰੂ ਨੂੰ ਮੈਂ ਭਜਾਤਾ, ਬੱਚੇ ਉਹਦੇ ਮੈਂ ਇੱਥੇ ਮਾਰਤੇ, ਤਾਂ ਆ ਇੱਕ ਸਾਧ ਆ ਉਧਰੋਂ ਉੱਠ ਕੇ ਆ ਗਿਆ, ਇਹ ਮੈਨੂੰ ਅੱਖਾਂ ਵਿਖਾਉਂਦਾ ਬਈ ਤੁਸੀਂ ਜਾਓ ਤੇ ਇਹਦਾ ਪਤਾ ਕਰੋ। ਹੁਣ ਆਲੀ ਸਿੰਘ ਤੇ ਮਾਲੀ ਸਿੰਘ ਉਹ ਕਹਿੰਦੇ ਵੀ ਵਜੀਦ ਖਾਂ ਤੂੰ ਨਾ ਬੰਦੇ ਸਿੰਘ ਬਹਾਦਰ ਬਾਰੇ ਜੋ ਮਰਜ਼ੀ ਕਹਦੇ, ਅਸੀਂ ਨਹੀਂ ਉਹਨੂੰ ਜਾਣਦੇ, ਤੂੰ ਸਿੱਖਾਂ ਬਾਰੇ ਵੀ ਜੋ ਮਰਜ਼ੀ ਕਹਿ ਲਾ, ਪਰ ਜਿਹੜੀ ਤੂੰ ਗੁਰੂ ਸਾਹਿਬ ਬਾਰੇ ਗੱਲ ਕੀਤੀ ਆ ਇਹ ਅਸੀਂ ਸੁਣਨੀ ਨਹੀਂ। ਤਾਂ ਉਹਨੂੰ ਪਤਾ ਲੱਗਦਾ ਮੇਰੀ ਫੌਜ ਦੇ ਵਿੱਚ ਮੇਰੇ ਸਿਪਾਹੀ ਇਹੋ ਜਿਹੀ ਵਿਚਾਰਧਾਰਾ ਰੱਖਦੇ ਆ, ਕਿਉਂਕਿ ਪਹਿਲਾਂ ਉਹਨਾਂ ਨੇ ਕਦੇ ਇਹੋ ਜਿਹੀ ਗੱਲ ਕਰੀ ਨਹੀਂ ਸੀਗੀ। ਤਾਂ ਆਲੀ ਸਿੰਘ ਤੇ ਮਾਲੀ ਸਿੰਘ ਨੂੰ ਫੜ ਕੇ ਜੇਲ੍ਹ 'ਚ ਪਾਤਾ। ਜਦੋਂ ਉਹਨੂੰ ਜੇਲ੍ਹ 'ਚ ਪਾਤਾ, ਜੇਲ੍ਹ 'ਚ ਕੁਛ ਸਿੱਖ ਪਹਿਲਾਂ ਵੀ ਅਰੈਸਟ ਕੀਤੇ ਹੋਏ ਸੀਗੇ, ਹੋਰ 20-25 ਸਿੱਖ। ਹੁਣ ਤੱਕ ਬਾਬੇ ਬੰਦਾ ਸਿੰਘ ਬਹਾਦਰ ਹੋਣਾ ਨੇ ਕਿਵੇਂ ਕਿਵੇਂ ਆਪਣੀ ਫੌਜ ਨੂੰ ਇੱਕ ਇੱਕ ਕਰਕੇ ਜੋੜਿਆ, ਕਿਵੇਂ ਛੋਟੇ ਛੋਟੇ ਸ਼ਹਿਰਾਂ ਦੇ ਉੱਤੇ, ਫਿਰ ਵੱਡੇ ਸ਼ਹਿਰ ਸਮਾਣੇ ਵਰਗੇ ਤੇ ਵੀ ਆਪਣਾ ਕਬਜ਼ਾ ਜਿਹੜਾ ਸਿੱਖ ਕੌਮ ਦਾ ਪੰਥ ਸਥਾਪਿਤ ਕੀਤਾ। ਸੋ ਇਹ ਸਾਰਾ ਕੁਝ ਦੇ ਦੌਰਾਨ ਮੈਂ ਤੁਹਾਨੂੰ ਪੁੱਛਿਆ ਸੀ ਕਿ ਵਜ਼ੀਰ ਖਾਨ ਨੇ ਕੀ ਕੁਝ ਕਰਦਾ ਰਿਹਾ। ਫਿਰ ਉਹਨੇ ਆਪਣੇ 2 ਜਿਹੜੇ ਸਿਪਾਹੀ ਉਹਦੀ ਫੌਜ 'ਚ ਸਿੰਘ ਸੀਗੇ ਉਹਨਾਂ ਨੂੰ ਕਿਹਾ ਵੀ ਜਾ ਇਹ ਕੀ ਤੁਹਾਡਾ ਕਰੂਗਾ। ਫਿਰ ਜਦੋਂ ਉਹਨਾਂ ਗੁਰੂ ਸਾਹਿਬ ਪ੍ਰਤੀ ਕੋਈ ਐਸੀ ਗੱਲਬਾਤ ਵਰਤੀ ਤੇ ਫਿਰ ਉਹ ਸਿੰਘਾਂ 'ਚ ਰੋਸ ਜਾਗਿਆ। ਫਿਰ ਅੱਗੇ ਦੀ ਗੱਲਬਾਤ ਕੀ ਹੋਈ? ਫਿਰ ਜਦੋਂ ਸਿੰਘਾਂ ਨੂੰ ਰੋਸ ਜਾਗਿਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ, ਆਪਣੇ ਗੁਰੂ ਪ੍ਰਤੀ ਨਹੀਂ ਕੁਝ ਸੁਣਨਾ, ਤੇ ਫਿਰ ਕਿਦਾਂ ਦਾ ਰਿਐਕਟ ਕੀਤਾ ਵਜ਼ੀਰ ਖਾਨ? ਹੁਣ ਵਜ਼ੀਰ ਖਾਨ ਕਹਿ ਰਿਹਾ ਕਿ ਇਹ ਜਿਹੜਾ ਬੰਦਾ ਆਇਆ ਇਹਨੂੰ ਮੈਂ ਸਰਹੰਦ ਦੀਆਂ ਗਲੀਆਂ ਦੇ ਵਿੱਚ ਰੋਲੂੰਗਾ। ਅੱਛਾ, ਉਹਨਾਂ ਨੂੰ ਕਹਿੰਦਾ, ਉਹਨਾਂ ਨੂੰ ਕਹਿੰਦਾ ਇਹਨੂੰ ਸੁਨੇਹਾ ਦੇ ਦਿਓ ਜਾ ਕੇ ਮੇਰਾ ਕਿ ਇਹਨੂੰ ਸਾਰੀਆਂ ਗਲੀਆਂ ਦੇ ਵਿੱਚ ਘੜੀਸੂ, ਉਹ ਤੋਂ ਬਾਅਦ ਇਹ ਸਿਰ ਵੱਢ ਕੇ ਇੱਥੇ ਮੇਨ ਦਰਵਾਜ਼ੇ ਤੇ ਟੰਗੂਗਾ। ਆਉਣ ਵਾਲੀਆਂ ਸਿੱਖਾਂ ਦੀਆਂ ਪੀੜ੍ਹੀਆਂ ਯਾਦ ਕਰਨਗੀਆਂ, ਕਦੇ ਕਿਸੇ ਮੁਗਲ ਬਾਦਸ਼ਾਹ ਨਾਲ ਪੰਗਾ ਨਹੀਂ ਲੈਣਗੀਆਂ। ਅੱਛਾ। ਤਾਂ ਆਲੀ ਸਿੰਘ ਤੇ ਮਾਲੀ ਸਿੰਘ ਨੇ ਕਿਹਾ ਤੂੰ ਸਾਡੇ ਗੁਰੂ ਬਾਰੇ ਕੁਝ ਨਹੀਂ ਬੋਲ ਸਕਦਾ, ਬੰਦੇ ਨੂੰ ਜੋ ਕਹਿਣਾ ਕਹਿ ਲਾ। ਉਹਨੇ ਫੜ ਕੇ ਦੋਨਾਂ ਸਿਪਾਹੀਆਂ ਨੂੰ ਜੇਲ੍ਹ 'ਚ ਪਾਤਾ। ਹੁਣ ਇੱਥੇ ਜਿਹੜੀ ਇਤਿਹਾਸ ਦੇ ਵਿੱਚ ਨਾ 2 ਗੱਲਾਂ ਆਉਂਦੀਆਂ। ਇੱਕ ਗੱਲ ਹੈਗੀ ਆ ਕਿ ਬੰਦਾ ਬਹਾਦਰ ਦੀ ਸ਼ਕਤੀ ਨਾਲ ਉਹਨਾਂ ਦੀ ਮਦਦ ਹੋਈ, ਗੁਰੂ ਸਾਹਿਬ ਨੇ ਆ ਕੇ ਉਹਨਾਂ ਦੀ ਮਦਦ ਕੀਤੀ, ਉਹਨਾਂ ਦੀ ਬੇੜੀਆਂ ਟੁੱਟ ਗਈਆਂ, ਹੱਥਕੜੀਆਂ ਖੁੱਲ੍ਹ ਗਈਆਂ, ਦਰਵਾਜ਼ੇ ਖੁੱਲ੍ਹ ਗਏ, ਜਿਹੜੇ ਪਹਿਰੇਦਾਰ ਸੌਂ ਗਏ, ਤੇ ਆਲੀ ਸਿੰਘ ਤੇ ਮਾਲੀ ਸਿੰਘ 25 ਸਿੰਘਾਂ ਨੂੰ ਨਾਲ ਲੈ ਕੇ ਜੇਲ੍ਹ 'ਚੋਂ ਭੱਜ ਗਏ। ਕੁਛ ਇਤਿਹਾਸਕਾਰਾਂ ਨੇ ਜਿਨ੍ਹਾਂ ਨੂੰ ਇਹ ਗੱਲ ਹਜਮ ਨਹੀਂ ਸੀ ਆਉਂਦੀ, ਉਹ ਕਹਿੰਦੇ ਵੀ ਨਹੀਂ, ਉਹਨਾਂ ਨੇ ਸੁਰੰਗ ਪੱਟੀ, 25 ਬੰਦੇ ਹੋ ਗਏ ਇਕੱਠੇ, ਸੁਰੰਗ ਪੱਟ ਕੇ, ਅੱਜ ਹੀ ਨਹੀਂ ਜੇਲ੍ਹਾਂ 'ਚ ਸੁਰੰਗ ਪੱਟ ਕੇ ਭੱਜਦੇ ਸਿੰਘ ਉਦੋਂ ਵੀ। ਇਹ ਵੀ ਇਤਿਹਾਸਕ ਚੀਜ਼ਾਂ ਹੀ ਨੇ। ਅੱਛਾ, ਵੀ ਉਹ ਸੁਰੰਗ ਪੱਟ ਕੇ ਦੌੜ ਗਏ ਜੀ। ਇਹ ਵੀ ਇੱਕ ਪੱਖ ਹੈਗਾ। ਇੱਕ ਤੀਜਾ ਪੱਖ ਆ ਵੀ ਜਦੋਂ ਉਹਨਾਂ ਨੂੰ ਜੇਲ੍ਹ 'ਚ ਪਾਤਾ, ਹੁਣ ਉਹ ਪਹਿਲਾਂ ਸਿਪਾਹੀ ਸੀ, ਸੂਬੇ ਸਰਹੰਦ ਦੇ ਕਿਲੇ ਦੇ ਵਿੱਚ ਰਹਿੰਦੇ ਸੀ, ਮੇਨ ਬੰਦਿਆਂ 'ਚੋਂ ਸੀ, ਤਕੜੇ ਸੀਗੇ। ਜਦੋਂ ਜੇਲ੍ਹ 'ਚ ਪਾਤਾ, ਜੇਲ੍ਹ ਦੇ ਹਾਲਾਤ ਇੰਨੇ ਮਾੜੇ ਸੀ ਕਿ ਉਹਨਾਂ ਦੇ ਹੱਥਾਂ ਦੇ ਵਿੱਚੋਂ ਹੱਥਕੜੀਆਂ ਨਿਕਲਣ ਲੱਗ ਗਈਆਂ, ਕਮਜ਼ੋਰ ਹੋ ਗਏ। ਅੱਛਾ, ਕਿਉਂਕਿ ਉਹਨਾਂ ਸਮਿਆਂ 'ਚ ਸਾਧਨ ਵੀ ਉਦਾਂ ਕਦੇ ਸੀ, ਹੱਥਕੜੀਆਂ ਵੀ ਇੱਕੋ ਟਾਈਪ ਦੀਆਂ ਹੁੰਦੀਆਂ ਸੀ, ਉਹਨਾਂ ਨੇ ਪਾਈਆਂ ਤੋਂ ਨਿਕਲ ਗਈਆਂ। ਸੋ ਐਨੀਵੇ ਕਿਸੇ ਵੀ ਤਰੀਕੇ ਨਾਲ ਉਹ ਮਤਲਬ ਅੰਦਰ ਰਿਹਾ ਹੀ ਹੱਥ ਕਮਜ਼ੋਰ ਹੋ ਗਏ। ਹਾਂਜੀ। ਅੱਛਾ, ਤੇ ਉਹ ਇਦਾਂ ਹੀ ਨਿਕਲ, ਜਦੋਂ ਖਾਣਾ ਪੀਣਾ ਹੀ ਉਹਨਾਂ ਦਾ ਘਟ ਗਿਆ, ਜੇਲ੍ਹ ਦੇ ਵਿੱਚ ਉਹੋ ਜਿਹੇ ਹਾਲਾਤ ਬਣ ਗਏ, ਉਹਨਾਂ ਦੀਆਂ ਹੱਥਕੜੀਆਂ ਨਿਕਲ ਗਈਆਂ। ਸੋ ਕੁਛ ਵੀ ਹੋਇਆ, ਆਲੀ ਸਿੰਘ ਮਾਲੀ ਸਿੰਘ ਉੱਥੋਂ ਨਿਕਲ ਗਏ। 25 ਸਿੰਘਾਂ ਨੂੰ ਨਾਲ ਲੈ ਕੇ, ਜਿਹੜੇ ਜੇਲ੍ਹ ਦੇ ਵਿੱਚ ਕੈਦੀ ਬਣਾਏ ਹੋਏ ਸੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲਦੇ ਆ। ਉਹਨੂੰ ਜਾ ਕੇ ਦੱਸਦੇ ਆ ਵੀ ਸਾਨੂੰ ਇੱਦਾਂ ਸਾਡੇ ਤਸ਼ੱਦਦ ਹੋਇਆ, ਤੇ ਤੇਰੇ ਬਾਰੇ ਉਹ ਨਾ ਆਹ ਗੱਲਾਂ ਕਹਿੰਦਾ ਵੀ ਉਹਨੂੰ ਇੱਥੇ ਰੋਲੂੰਗਾ ਸਰਹੰਦ ਦੀਆਂ ਗਲੀਆਂ ਦੇ ਵਿੱਚ, ਵੱਢ ਕੇ ਉਹਦਾ ਸਿਰ ਇੱਥੇ ਮੇਨ ਦਰਵਾਜ਼ੇ ਤੇ ਟੰਗੂੰਗਾ, ਤੇ ਆਉਣ ਵਾਲੇ ਸਿੱਖਾਂ ਦੀਆਂ ਨਸਲਾਂ ਕਦੇ ਹੀਆ ਨਹੀਂ ਕਰਨਗੀਆਂ। ਹੁਣ ਇਹ ਕਹਾਣੀ ਨੂੰ ਆਪਾਂ ਇੱਥੇ ਛੱਡਦੇ ਹਾਂ, ਨਾਲ ਦੀ ਨਾਲ ਆਪਾਂ ਚੱਲਦੇ ਹਾਂ ਮਾਝੇ ਦੇ ਤੁਹਾਡੇ ਇਲਾਕੇ 'ਚ। ਅੱਛਾ ਜੀ। ਹੁਣ ਸਨੇਹ ਮਾਝੇ ਦੇ ਇਲਾਕੇ 'ਚ ਵੀ ਗਏ ਹੋਏ ਆ। ਕਿੱਦਾਂ ਦੇ ਸਿੰਘਾਂ ਨੂੰ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਜਿਹੜੇ ਐਡਰੈਸ ਦਿੱਤੇ ਸੀਗੇ, ਅੱਛਾ, ਵੀ ਫਲਾਂ ਭਾਈ ਭਗਤੂ ਦੀ ਔਲਾਦ ਉੱਥੇ ਬੈਠੀ ਆ, ਉਹ ਆਉਣਗੇ। ਮਾਝੇ ਦੇ ਹੋਰ ਬਹੁਤ ਸਾਰੇ ਸਿੰਘ ਸੀਗੇ, ਦੁਆਬੇ ਦੇ ਸੀ ਜੀ। ਹੁਣ ਉਹਨਾਂ ਨੂੰ ਸਨੇਹ ਪਹੁੰਚੇ ਆ, ਉਹਨਾਂ ਨੂੰ ਖਬਰਾਂ ਵੀ ਮਿਲ ਰਹੀਆਂ ਨੇ ਕਿ ਸਮਾਣਾ ਢਾਤਾ ਸਿੰਘਾਂ ਨੇ, ਵਜ਼ੀਰ ਖਾਨ ਦਾ ਪਿੰਡ ਢਾਤਾ, ਹੁਣ ਸਰਹੰਦ ਤੇ ਚੜ੍ਹਾਈ ਹੋਣੀ ਆ। ਸੋ ਉਹ ਸ਼ਸਤਰਧਾਰੀ ਸਿੰਘ ਉੱਥੋਂ ਇਕੱਠੇ ਹੋ ਕੇ ਦੁਆਬੇ ਦੇ ਸਿੰਘਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੱਲੇ ਆ ਮਿਲਣ। ਇੱਧਰੋਂ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ। ਉਹਨੇ ਕੀ ਕੀਤਾ, ਮਰੇਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ, ਜਿਹਦੀ ਆਪਾਂ ਅੱਗੇ ਗੱਲ ਕਰਦੇ ਸੀ, ਉਹੀ ਬੰਦਾ ਜਿਹਨੇ ਹਾਂ ਦਾ ਨਾਰਾ ਮਾਰਿਆ ਸੀ ਸਾਹਿਬਜ਼ਾਦਿਆਂ ਲਈ, ਉਹਨੂੰ ਮੁਖੀ ਬਣਾ ਕੇ ਉਹਦੀ ਫੌਜ ਨੂੰ ਲੈ ਕੇ ਕੁਛ ਹੋਰ ਫੌਜ ਨਾਲ ਰਲਾ ਕੇ
ਤਾਂ ਵਜੀਦ ਖਾਨ ਨੇ ਕਿਹਾ ਕਿ ਇਹਨਾਂ ਨੂੰ ਰੋਪੜ ਘੇਰ ਲਓ, ਸਤਲੁਜ ਦੇ ਕੰਢੇ ਤੇ, ਅੱਛਾ ਇਹਨਾਂ ਨੂੰ ਬਾਬੇ ਬੰਦਾ ਬਹਾਦਰ ਨਾਲ ਨਹੀਂ ਮਿਲਣ ਦੇਣਾ, ਅੱਛਾ ਜਿਹੜੇ ਆ ਰਹੇ ਸੀ, ਜਿਹੜੇ ਮਾਝੇ ਤੋਂ ਤੇ ਦੁਆਬੇ ਤੋਂ ਇੱਧਰੋਂ ਸਿੰਘ ਆ ਰਹੇ ਨੇ। ਹੂੰ ਹੁਣ ਸ਼ੇਰ ਮੁਹੰਮਦ ਖਾਨ ਤੇ ਉਹਦਾ ਭਰਾ ਨਾਲ ਦੀ ਨਾਲ ਖਿਜਰ ਖਾਨ ਜਿਹੜਾ ਹੈਗਾ ਉਹਦੇ ਭਰਾ ਦਾ ਨਾਂ ਜੀ, ਉਹ ਬਹਿਲੋਲ ਦੇ ਵਿੱਚ ਇਹ ਲੜਾਈ ਹੁੰਦੀ ਆ ਮਾਝੇ ਵਾਲੇ ਤੇ ਦੁਆਬੇ ਵਾਲੇ ਸਿੰਘਾਂ ਨਾਲ। ਅੱਛਾ ਉਹ ਉੱਥੇ ਆ ਕੇ ਰੋਪੜ ਆ ਕੇ ਇਕੱਠੇ ਹੋਣੇ ਸੀਗੇ? ਉਹ ਇਕੱਠੇ ਦਲ ਬਣਾ ਕੇ ਆ ਰਹੇ ਸੀ। ਅੱਛਾ ਜਦੋਂ ਸਤਲੁਜ ਪਾਰ ਕਰਨਾ ਸੀ ਹੂੰ ਉੱਥੇ ਇਹਨਾਂ ਨੇ ਮੂਹਰੋਂ ਰੋਕ ਲਿਆ, ਅੱਛਾ ਮਰੇਕੋਲੇ ਵਾਲੇ ਦੀ ਫੌਜ ਨੇ ਇਕੱਠੇ ਹੋ ਕੇ। ਤਾਂ ਇਸ ਲੜਾਈ ਦੇ ਵਿੱਚ ਕਾਫੀ ਵੱਡੀ ਲੜਾਈ ਹੋਈ ਜੀ। ਇਹਦੇ ਵਿੱਚ ਸ਼ੇਰ ਮੁਹੰਮਦ ਖਾਨ ਆ ਜਿਹੜਾ, ਉਹਦਾ ਭਰਾ ਮਰਿਆ ਜਾਂਦਾ ਇੱਕ, ਅੱਛਾ ਤੇ ਸਿੰਘਾਂ ਦਾ ਜ਼ੋਰ ਬਹੁਤ ਸੀਗਾ। ਹੂੰ ਤੇ ਇਸ ਬਹਿਲੋਲਪੁਰ ਦੀ ਲੜਾਈ ਹੈ ਜਿਹੜੀ ਕਾਫੀ ਵੱਡੀ ਲੜਾਈ ਹੋਈ ਹੈ ਜੀ ਇੱਥੇ। ਅੱਛਾ ਤੇ ਇਹਦਾ ਇੱਕ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਚਮਕੌਰ ਸਾਹਿਬ ਦੇ ਵਿੱਚ ਮਾਰਿਆ ਗਿਆ ਸੀ, ਸ਼ੇਰ ਮੁਹੰਮਦ ਖਾਨ ਦਾ ਭਰਾ, ਸਕਾ ਭਰਾ ਨਾਰ ਖਾਨ। ਗੁਰੂ ਸਾਹਿਬ ਆਪਣੇ ਜਿਹੜਾ ਹੈਗਾ ਜੀ ਲਿਖਤ ਦੇ ਵਿੱਚ ਵੀ ਲਿਖਦੇ ਆ ਕਿ ਤੇਰਾ ਭਰਾ ਜਿਹੜਾ ਤੇਰਾ ਇੱਕ ਜਰਨੈਲ ਨਾਰ ਖਾਨ ਆਇਆ ਵੀ ਉਹਨੂੰ ਮੈਂ ਆਪਣਾ ਇੱਕ ਤੀਰ ਬਖਸ਼ਤਾ। ਅੱਛਾ ਤੇ ਇੱਕ ਸੀ ਖਵਾਜਾ ਖਿਜਰ ਖਾਨ, ਉਹ ਵੀ ਦਾ ਭਰਾ। ਅੱਛਾ ਉਹਦੇ ਵਿੱਚ ਜਿਹੜਾ ਹੈਗਾ ਫਤਿਹਨਾਮਾ ਆਪਾਂ ਕਹਿੰਦੇ ਹਾਂ ਚਿੱਠੀ ਨੂੰ, ਗੁਰੂ ਗੋਬਿੰਦ ਸਿੰਘ ਜੀ ਲਿਖੀ, ਔਰੰਗਜ਼ੇਬ ਨੇ ਜਿਹੜੀ ਚਿੱਠੀ ਲਿਖੀ ਹੈ ਉਹਦੇ 'ਚ ਲਿਖਦੇ ਆ, ਕਹਿੰਦੇ ਵੀ ਇੱਕ ਤੇਰਾ ਨਕੰਮਾ ਜਰਨੈਲ ਪੌੜੀ ਤੇ ਚੜ੍ਹ ਕੇ ਕਿਲੇ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਸੀਗਾ, ਕਹਿੰਦੇ ਮੈਂ ਤੀਰ ਵੀ ਪਾ ਲਿਆ ਸੀ ਆਪਣੇ ਭੱਥੇ 'ਚੋਂ ਕੱਢ ਕੇ, ਪਰ ਉਹ ਡਰਦਾ ਕੰਧ ਦੇ ਉੱਲੇ ਹੋ ਗਿਆ ਖਿਜਰ ਖਾਨ, ਕਹਿੰਦੇ ਨਹੀਂ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦੇਣਾ ਸੀ। ਅੱਛਾ ਹੁਣ ਉਹ ਖਿਜਰ ਖਾਨ ਇਸ ਲੜਾਈ ਦੇ ਵਿੱਚ ਮਰਦਾ, ਸ਼ੇਰ ਮੁਹੰਮਦ ਖਾਨ ਦਾ ਭਰਾ। ਤੇ ਇੱਥੋਂ ਹਾਰ ਕੇ ਮਲੇਰਕੋਟਲੇ ਵਾਲੇ ਤੇ ਜਿਹੜੇ ਹੋਰ ਫੌਜਾਂ ਸੀ ਵਜੀਦ ਖਾਨ ਦੀ, ਉਹ ਭੱਜ ਜਾਂਦੀਆਂ। ਤੇ ਜਿਹੜੇ ਮਾਝੇ ਤੋਂ ਆਏ ਸਿੰਘ ਨੇ ਉਹ ਵੀ ਨੇੜੇ ਤੇੜੇ ਪਹੁੰਚਦੇ ਆ ਹੁਣ ਜੀ, ਸਤਲੁਜ ਪਾਰ ਕਰਕੇ। ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਕਿ ਕੈਂਥਲ, ਸਮਾਣੇ ਤੇ ਉਧਰਲੇ ਇਲਾਕੇ 'ਚ ਫਿਰਦੇ ਸੀ, ਉੱਥੋਂ ਜੇ ਆਪਾਂ ਇਹਦੀ ਭੂਗੋਲਿਕ ਸਥਿਤੀ ਦੇਖੀਏ, ਉੱਥੋਂ ਸਰਹੰਦ ਨੂੰ ਸਿੱਧਾ ਹੀ ਆਇਆ ਜਾ ਸਕਦਾ, ਜਿਹੜੀ ਹੁਣ ਮੇਨ ਰੋਡ ਆਉਂਦੀ ਆਪਣੀ। ਅੱਛਾ ਜੀ, ਦਿੱਲੀ ਵਾਲੀ ਮੇਨ ਸੜਕ ਆ ਜਿਹੜੀ, ਜੀਰੀ ਰੋਡ, ਸ਼ੇਰਸ਼ਾਹ ਸੂਰੀ ਮਾਰਗ ਜਿਹਨੂੰ ਕਹਿੰਦੇ ਆ। ਪਰ ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜਾ ਜਿਹਾ ਪਾਸਾ ਪਲਟ ਲਿਆ, ਉੱਥੋਂ ਥੋੜਾ ਜਿਹਾ ਪਹਾੜੀ ਵਾਲੇ ਪਾਸੇ ਨੂੰ ਹੋਏ, ਉੱਥੇ ਕਪੂਰੀ ਦੀ ਲੜਾਈ ਹੁੰਦੀ ਹੈ ਜੀ, ਇੱਕ ਕਪੂਰੀ ਦੀ। ਅੱਛਾ ਇੱਕ ਸ਼ਹਿਰ ਆ ਕਪੂਰੀ, ਉਦੋਂ ਬੜਾ ਮਸ਼ਹੂਰ ਸੀਗਾ, ਤੇ ਕੁਤਬਦੀਨ ਨਾਂ ਦਾ ਬਦਮਾਸ਼ ਹਾਕਮ ਸੀਗਾ ਉੱਥੇ। ਇਹਨੂੰ ਵੀ ਜਿਵੇਂ ਆਪਾਂ ਪਿੱਛੇ ਇੱਕ ਕਹਾਣੀ ਆਈ ਸੀ, ਹਵੇਲੀ ਦੇ ਵਿੱਚ ਸਾੜ ਕੇ ਮਾਰਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਇਹ ਕਿਸੇ ਲੜਕੀ ਦੀ ਇੱਜ਼ਤ ਨਹੀਂ ਸੀ ਬਖਸ਼ਦਾ, ਕਾਮੀ ਬੰਦਾ ਸੀ। ਤੇ ਜਦੋਂ ਇਲਾਕੇ ਦੇ ਲੋਕਾਂ ਨੇ ਇਹਦੀ ਸ਼ਿਕਾਇਤ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਕੋਲੇ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨੂੰ ਵੀ ਉੱਥੇ ਮਾਰਿਆ, ਜਿਉਂਦੇ ਨੂੰ ਸਾੜਿਆ ਇਹਨੂੰ ਹਵੇਲੀ ਦੇ ਵਿੱਚ। ਕਿਉਂਕਿ ਆਪਾਂ ਅੱਗੇ ਵੀ ਗੱਲ ਕਰੀ ਸੀਗੀ, ਹੁਣ ਪਿਛਲੇ ਦਿਨੀ ਵੀ ਦੇਖੋ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰੀ ਆ ਰੇਪ ਦੀ, ਕਿ ਰੇਪਿਸਟ ਨੂੰ ਸਿੱਖਾਂ ਦੇ ਵਿੱਚ ਤਾਂ ਮੌਤ ਦੀ ਸਜ਼ਾ ਸੀਗੀ ਸਾਡੇ ਸਿੱਖ ਸਮਾਜ ਦੇ ਵਿੱਚ। ਹੁਣ ਇੱਥੋਂ ਹੀ ਇੱਕ ਹੋਰ ਮੈਪ ਆ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਉਹ ਹੈਗਾ ਜੀ ਬੁੱਧੂ ਸ਼ਾਹ ਨਾਂ ਦੀ ਫਕੀਰ ਦੀ ਗੱਲ ਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦਾ ਯੁੱਧ ਲੜ ਰਹੇ ਆ, ਤਾਂ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਦੋਸਤ ਸੀਗਾ। ਜੇ ਆਪਾਂ ਥੋੜੀ ਹੋਰ ਪਿੱਛੋਂ ਕਹਾਣੀ ਚੱਕੀਏ ਤਾਂ ਉਹਨਾਂ ਦਾ ਨਾਮ ਬਦਰੂਦੀਨ ਸੀ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਿਲਕੁਲ ਯੰਗ ਏਜ ਦੇ ਵਿੱਚ 10-11 ਸਾਲ ਦੀ ਉਮਰ ਆ, ਅਨੰਦਪੁਰ ਸਾਹਿਬ ਦੇ ਵਿੱਚ, ਤਾਂ ਬਦਰੂਦੀਨ ਪੀਰ ਜੀ ਅਨੰਦਪੁਰ ਸਾਹਿਬ ਆਉਂਦੇ ਆ। ਜਦੋਂ ਦਰਬਾਰ 'ਚ ਜਾਂਦੇ ਆ ਤਾਂ ਸਾਰੇ ਲੋਕੀ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਬੈਠ ਰਹੇ ਆ। ਤਾਂ ਬਦਰੂਦੀਨ ਵੱਡਾ ਪੀਰ ਸੀ, ਲੋਕੀ ਉਹਨੂੰ ਮੱਥਾ ਟੇਕਦੇ ਸੀ, ਨਾਲ ਉਹਦੇ ਆਪਦੇ ਚੇਲੇ ਸੀ। ਉਹਦੇ ਮਨ 'ਚ ਆਇਆ ਵੀ ਆਹ ਬੱਚੇ ਨੂੰ ਮੈਂ ਮੱਥਾ ਟੇਕੂੰਗਾ, ਮਨ 'ਚ ਖਿਆਲ ਬਣ ਗਿਆ। ਜਦੋਂ ਕੋਲੇ ਪਹੁੰਚਿਆ, ਗੁਰੂ ਸਾਹਿਬ ਕਹਿੰਦੇ ਆ ਪੀਰ ਜੀ ਰਿਸ਼ਤਾ ਇਕੱਲਾ ਮੱਥਾ ਟੇਕਣ ਵਾਲਾ ਨਹੀਂ ਹੁੰਦਾ, ਦੋਸਤੀ ਤਾਂ ਵੈਸੇ ਵੀ ਹੋ ਸਕਦੀ ਆ। ਤਾਂ ਪੀਰ ਬੈਠ ਗਿਆ, ਥੋੜਾ ਚਿਰ ਬੈਠਿਆ, ਬੈਠਣ ਤੋਂ ਬਾਅਦ ਉੱਠ ਕੇ ਫਿਰ ਮੱਥਾ ਟੇਕਦਾ ਗੁਰੂ ਸਾਹਿਬ ਨੂੰ। ਤਾਂ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਪੀਰ ਜੀ ਵੀ ਮੱਥਾ ਕਾਹਤੋਂ ਟੇਕਿਆ? ਉਹ ਕਹਿੰਦਾ ਜੀ ਪਹਿਲਾਂ ਮੇਰੀ ਅਕਲ ਮੈਨੂੰ ਰੋਕ ਰਹੀ ਸੀਗੀ ਕਿ ਲੋਕੀ ਤੈਨੂੰ ਮੱਥਾ ਟੇਕਦਾ ਤੇ ਤੂੰ ਇੱਕ ਯੰਗ ਮੁੰਡੇ ਨੂੰ ਮੱਥਾ ਟੇਕੇਗਾ ਤੇ ਤੂੰ ਛੋਟਾ ਉਮਰ ਦੇ ਵਿੱਚ। ਉਹ ਮੇਰੀ ਅਕਲ ਦੀ ਕਹਾਣੀ ਸੀ। ਪਰ ਹੁਣ ਤੁਹਾਡੇ ਚਰਨਾਂ 'ਚ ਬੈਠ ਕੇ ਮੇਰੀ ਆਤਮਾ ਨੇ ਕਿਹਾ ਕਿ ਰੱਬੀ ਰੂਪ ਆ, ਇਸ ਦੁਨੀਆ ਤੇ ਅਵਤਾਰ ਧਾਰ ਕੇ ਆਏ ਨੇ, ਇਹਨਾਂ ਦੇ ਮੂਹਰੇ ਝੁਕਣਾ ਠੀਕ ਆ। ਗੁਰੂ ਸਾਹਿਬ ਕਹਿੰਦੇ ਨਹੀਂ, ਤੂੰ ਮੇਰਾ ਦੋਸਤ ਆ,
ਇੱਕ ਪੀਰ ਬੁੱਧੂ ਸ਼ਾਹ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਦੋਸਤ ਕਿਹਾ ਜੀ ਆਪਣੀ ਤਾਂ ਜ਼ਿੰਦਗੀ ਦੇ ਵਿੱਚ। ਹੁਣ ਉਹ ਤੋਂ ਬਾਅਦ ਗੁਰੂ ਸਾਹਿਬ ਭੰਗਾਣੀ ਜਾਂਦੇ ਆ, ਭੰਗਾਣੀ ਦੇ ਵਿੱਚ ਯੁੱਧ ਹੁੰਦਾ। ਉਸ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਨੇ 500 ਪਠਾਨ ਜਿਹਨੂੰ ਦਿੱਲੀ ਹਕੂਮਤ ਨੇ ਕੱਢਤਾ ਸੀ ਫੌਜ ਦੇ ਵਿੱਚੋਂ, ਜੀ ਉਹ ਪੀਰ ਬੁੱਧੂ ਸ਼ਾਹ ਕੋਲੇ ਆਉਂਦੇ ਸੀ। ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਸਾਡੀ ਤਾਂ ਰੋਜੀ ਰੋਟੀ ਦਾ ਕੋਈ ਮਸਲਾ ਨਹੀਂ, ਸਾਨੂੰ ਲੜਾਈ ਤੋਂ ਬਿਨਾਂ ਕੁਛ ਆਉਂਦਾ ਨਹੀਂ। ਤਾਂ ਪੀਰ ਬੁੱਧੂ ਸ਼ਾਹ ਨੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਕੇ ਫੌਜ 'ਚ ਭਰਤੀ ਕਰਾਤਾ, ਸਿੱਖ ਫੌਜ ਦੇ ਵਿੱਚ। ਅੱਛਾ। ਤੇ ਜਦੋਂ ਹੋਈ ਲੜਾਈ ਉਹਨਾਂ ਦੇ ਵਿੱਚੋਂ 400 ਬੰਦਾ ਭੱਜ ਗਿਆ, ਅੱਛਾ, ਦੂਜੇ ਪਾਸੇ ਰਲ ਗਿਆ, ਤਕੜੀ ਫੌਜ ਨਾਲ ਰਲ ਗਿਆ ਕਹ ਲਓ। ਤਾਂ ਪੀਰ ਬੁੱਧੂ ਸ਼ਾਹ ਨੂੰ ਬੜਾ ਦੁੱਖ ਲੱਗਿਆ ਕਿ ਮੇਰੇ ਭਰਤੀ ਕਰਾਏ ਬੰਦੇ ਜਿਨ੍ਹਾਂ ਦੀ ਮੈਂ ਸਿਫਾਰਿਸ਼ ਕੀਤੀ ਸੀ ਉਹ ਭੱਜ ਗਏ। ਤਾਂ ਪੀਰ ਬੁੱਧੂ ਸ਼ਾਹ ਆਪਣੇ 400 ਮਰੀਦ 4 ਪੁੱਤਾਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਲੜਾਈ ਦੇ ਮੈਦਾਨ ਦੇ ਵਿੱਚ ਜਾ ਕੇ ਖੁਦ ਲੜਾਈ ਲੜਨ ਲੱਗ ਗਿਆ। ਅੱਛਾ। ਆਪ ਲੜਾਈ ਕੀਤੀ, 2 ਪੁੱਤ ਉਹਦੇ ਸ਼ਹੀਦ ਹੋ ਗਏ ਉਸ ਲੜਾਈ ਦੇ ਵਿੱਚ। ਉਸ ਤੋਂ ਬਾਅਦ ਜਦੋਂ ਲੜਾਈ ਦੀ ਸਮਾਪਤੀ ਹੋਈ, ਗੁਰੂ ਸਾਹਿਬ ਨੇ ਉਹਦਾ ਧੰਨਵਾਦ ਵੀ ਕੀਤਾ ਵੀ ਪੀਰ ਜੀ ਤੁਸੀਂ, ਉਹ ਕਹਿੰਦਾ ਨਹੀਂ ਜੀ ਮੈਨੂੰ ਤਾਂ ਸ਼ਰਮ ਆਉਂਦੀ ਹੈ, ਮੇਰੇ ਰਖਾਏ ਬੰਦੇ ਛੱਡ ਕੇ ਭੱਜ ਗਏ ਵਿੱਚੋਂ। ਤਾਂ ਗੁਰੂ ਸਾਹਿਬ ਨੂੰ ਪੀਰ ਜੀ ਇਜਾਜ਼ਤ ਲੈਣ ਲੱਗਿਆ ਕਿ ਸਢੌਰੇ ਦੇ ਰਹਿਣ ਵਾਲੇ ਸੀ ਪੀਰ ਜੀ, ਕਹਿੰਦੇ ਮੈਂ ਜੀ ਹੁਣ ਵਾਪਸ ਜਾਣਾ। ਤਾਂ ਗੁਰੂ ਸਾਹਿਬ ਕਹਿੰਦੇ ਪੀਰ ਜੀ ਰੁਕ ਜਾਓ, ਤੁਹਾਨੂੰ ਸਮਾਗਮ ਰਚ ਕੇ ਸਰੋਪਾ ਦੇ ਕੇ ਵਾਪਸ ਭੇਜਾਂਗੇ। ਅੱਛਾ। ਤਾਂ ਪੀਰ ਜੀ ਕਹਿੰਦੇ ਜੀ ਸਰੋਪੇ ਦੇ ਤਾਂ ਮੈਂ ਲਾਇਕ ਨਹੀਂ, ਜੇ ਤੁਸੀਂ ਬਹੁਤ ਖੁਸ਼ੀ ਚੋਂ, ਗੁਰੂ ਸਾਹਿਬ ਕੰਘਾ ਕਰਦੇ ਸੀ, ਕਹਿੰਦੇ ਵੀ ਆ ਕੇਸਾਂ ਸਮੇਤ ਜਿਹੜਾ ਕੰਘਾ ਤੁਹਾਡੇ ਕੋਲੇ ਹੱਥ 'ਚ ਇਹ ਦੇ ਦਿਓ ਆਪਦੀ ਗਿਫਟ ਵਿੱਚ। ਗੁਰੂ ਸਾਹਿਬ ਨੂੰ ਆਪਣਾ ਕੰਘਾ ਜਿਹੜਾ ਕੇਸਾਂ ਸਮੇਤ ਅਸੀਂ ਦੇਖੇ ਕਿ ਅੱਜ ਅਸੀਂ ਸਰੋਪਾ ਜੀ ਬਿਨਾਂ ਕਿਸੇ ਕੰਮ ਤੋਂ ਵੀ ਲੈਣ ਨੂੰ ਤਿਆਰ ਰਹਿੰਦੇ ਆ। ਸੋ ਇਹ ਪੀਰ ਬੁੱਧੂ ਸ਼ਾਹ ਦੀ ਕਹਾਣੀ ਹੈ ਜੀ। ਆਪਣਾ ਸਮਾਂ ਕੀ ਕਹਿੰਦੇ ਸਾਹਿਬ, ਸਮਾਂ ਅੱਜ ਤਾਂ ਵਾਕਈ ਸਮਾਂ ਮੈਂ ਤੁਹਾਨੂੰ ਰੋਕਣ ਹੀ ਲੱਗਾ ਸੀ। ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਹਫਤੇ ਜਿਹੜੀ ਗੱਲਬਾਤ ਇੱਥੋਂ ਹੀ ਅੱਗੇ ਤੋਰਾਂਗੇ। ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਅੱਗੇ ਕਿੱਧਰ ਨੂੰ ਪੰਜਾਬ ਵੱਲੋਂ ਕਿਹੜੇ ਕੋਨੇ ਨੂੰ ਮੋੜਾ ਪਾਇਆ, ਵਜ਼ੀਰ ਖਾਨਾ ਕਦੋਂ ਮੁਕਾਬਲਾ ਹੋਇਆ, ਕੀ ਅੱਗੇ ਦੀ ਗੱਲਬਾਤ ਸੀ। 10ਵੇਂ ਪਾਤਸ਼ਾਹ ਨੇ ਜਦੋਂ ਅਖੀਰ ਦੇ ਵਿੱਚ ਜਿਹੜੀ ਸੀ ਗੱਲਬਾਤ ਜਿੱਥੇ ਮੁਕਾਈ, ਇੱਥੋਂ ਹੀ ਕੋਸ਼ਿਸ਼ ਕਰਾਂਗੇ ਗੱਲਬਾਤ ਅੱਗੇ ਤੋਰਨ ਦੀ। ਅੱਜ ਦੀ ਸਮਾਂ ਸਮਾਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਸਮਾਂ ਹੁਣ ਅੱਗੇ ਆਗਿਆ ਨਹੀਂ ਦੇ ਰਿਹਾ। ਗੱਲਬਾਤ ਇਤਿਹਾਸ ਦੀ ਐਵੇਂ ਹੀ ਅਗਲੇ ਪ੍ਰੋਗਰਾਮ 'ਚ ਇੱਥੋਂ ਹੀ ਤੋਰਾਂਗੇ। ਤਦ ਤੱਕ ਮੈਨੂੰ ਜੋਗਰਾਜ ਸਿੰਘ ਕਾਲੋਂ ਤੇ ਮੇਰੇ ਨਾਲ ਮਨਮੋਹਨ ਸਿੰਘ ਸਮਰਾ ਜੀ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।